ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਸੋਮਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਤੇ ਸੋਮਵਾਰ ਨੂੰ ਗੱਲਬਾਤ ਕਰਦੇ ਹੁੰਦੇ ਹਾਂ ਪਾਰਟ 1 ਦੇ ਵਿੱਚ ਇਸ ਮੁਲਕ ਦਾ ਇਤਿਹਾਸ ਤੇ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਜਾਂ ਇੰਡੀਅਨ ਦਾ ਇਤਿਹਾਸ। ਉਹ ਲੜੀ ਚੱਲ ਰਹੀ ਆ ਆਪਣੀ, ਕਾਫੀ ਦੇਰ ਤੋਂ ਮੰਨੀ ਹੋਣੀ ਮਿਹਨਤ ਕਰਦੇ ਆ ਤੇ ਹੁਣ ਆਪਾਂ ਪਹੁੰਚ ਗਏ ਸੀ ਕਿ ਇੱਥੇ ਜਦੋਂ ਆਪਣੀਆਂ ਪਹਿਲੇ ਪਰਿਵਾਰ ਆਉਣੇ ਸ਼ੁਰੂ ਹੋ ਗਏ ਸੋ ਉਹ ਤੇ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਆ ਰਹੇ ਸੀ ਲੋਕ, ਉਹਨਾਂ ਦਾ ਕਿਸ ਤਰ੍ਹਾਂ ਦਾ ਸਫ਼ਰ ਸੀਗਾ ਜਾਂ ਆਮ ਲੋਕ ਫਿਰ ਇੱਥੇ ਆਉਣੀ ਗਿਣਤੀ ਜਿਹੜੀ ਵੱਧ ਰਹੀ ਸੀਗੀ, ਕੌਣ ਲੋਕ ਸੀ ਉਹ, ਕਿਹੜਾ ਤਰੀਕਾ ਸੀਗਾ, ਕਿਸ ਤਰ੍ਹਾਂ ਉਹ ਪਹੁੰਚਦੇ ਸੀ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੇ ਪਾਰਟ 2 ਦੇ ਵਿੱਚ ਅੱਜ ਦਾ ਜਿਹੜਾ ਸਬਜੈਕਟ ਹੈਗਾ ਆਫਿਸ ਤੋਂ ਜਿਹੜੇ ਆਪਾਂ ਬਿਜ਼ਨਸ ਕਰਦੇ ਹਾਂ ਜਾਂ ਕੰਮਾਂ ਕਾਰਾਂ ਤੋਂ ਅਸੀਂ ਘਰ ਜਾਂਦੇ ਹਾਂ, ਘਰ ਜਾ ਕੇ ਜਿਹੜਾ ਸਾਡਾ ਮਤਲਬ ਅਸੀਂ ਕਿਸ ਤਰ੍ਹਾਂ ਦਾ ਅਸੀਂ ਜਿਹੜਾ ਆਪਣਾ ਟਾਈਮ ਹੁੰਦਾ ਹੈ ਨਾ, ਅਸੀਂ ਥੱਕ ਕੇ ਉਹ ਕਿਸ ਤਰ੍ਹਾਂ ਮਤਲਬ ਆਪਣਾ ਟਾਈਮ ਬਤੀਤ ਕਰਦੇ ਹਾਂ ਘਰ ਦੇ ਵਿੱਚ ਜਾ ਕੇ। ਕੀ ਜ਼ਿਆਦਾਤਰ ਅਸੀਂ ਇੰਟਰਨੈਟ, ਫੇਸਬੁੱਕ, ਵਟਸਐਪ ਗਰੁੱਪ ਬਣੇ ਆ ਉਹਨਾਂ 'ਤੇ TV ਦੇਖਣਾ, ਕਿਹੜੀਆਂ ਉਹ ਗੱਲਾਂ ਹੈਗੀਆਂ ਕਿ ਜਿੱਥੇ ਅਸੀਂ ਉਹ ਆਪਣਾ ਟਾਈਮ ਜ਼ਿਆਦਾ ਬਿਤਾਉਂਦੇ ਹਾਂ ਅਤੇ ਕੀ ਉਹ ਟਾਈਮ ਕਿਹਦੇ ਨਾਲ ਬਿਤਾਉਣਾ ਚਾਹੀਦਾ ਹੈ। ਸੋ ਇਸ ਸਬਜੈਕਟ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਮਨਪ੍ਰੀਤ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ ਜੀ। ਗੁੱਡ ਮਾਰਨਿੰਗ, ਜੀ ਆਇਆਂ ਨੂੰ। ਸੋ ਮਨਪ੍ਰੀਤ, ਸਭ ਤੋਂ ਪਹਿਲਾਂ ਤਾਂ ਆਪਾਂ ਜਿਸ ਤਰ੍ਹਾਂ ਲਾਸਟ ਵੀਕ ਗੱਲਬਾਤ ਕੀਤੀ ਸੀਗੀ ਕਿ ਇੱਥੇ ਪਰਿਵਾਰ ਆਉਣੇ ਸ਼ੁਰੂ ਹੋ ਗਏ, ਬੱਚੇ ਆਉਣੇ ਸ਼ੁਰੂ ਹੋ ਗਏ ਅਤੇ ਆਉਣ ਦਾ ਸਾਧਨ ਕਿਸ ਤਰ੍ਹਾਂ ਸੀ? ਪਾਣੀ ਵਾਲੇ ਜਹਾਜ਼ਾਂ 'ਚ ਆਉਂਦੇ ਸੀਗੇ, ਹਵਾਈ ਜਹਾਜ਼ 'ਚ ਆਉਂਦੇ ਸੀਗੇ, ਜਾਂ ਜਿਹੜੇ ਨਵੇਂ ਆਉਂਦੇ ਸੀ ਤਾਂ ਇੱਕ ਫੈਮਿਲੀ ਹੋ ਗਈ, ਅਤੇ ਜਾਂ ਜਿਹੜੇ ਨਵੇਂ ਆਉਣਾ ਹੁੰਦਾ ਸੀਗਾ ਜਿਸ ਤਰ੍ਹਾਂ ਅੱਜ ਕੱਲ੍ਹ ਕਾਫੀ ਤਰੀਕੇ ਹੁਣ ਤਾਂ ਹੋ ਗਏ ਆ, ਤੁਸੀਂ ਪੜ੍ਹੇ ਲਿਖੇ ਹੋ, ਆਈਲੈਟਸ ਕੀਤਾ, ਬਿਜ਼ਨਸ 'ਤੇ ਕਿੰਨੇ ਹੀ ਤਰੀਕੇ ਮਤਲਬ ਬਾਹਰ ਨਿਕਲੇ ਆਏ ਆ, ਹੈ ਨਾ। ਉਹਨਾਂ ਟਾਈਮਾਂ ਦੇ ਵਿੱਚ ਕਿਹੜੇ ਉਹ ਤਰੀਕੇ ਸੀਗੇ ਕਿ ਇਸ ਮੁਲਕ ਦੇ ਵਿੱਚ ਲੋਕਾਂ ਦੇ ਵਿੱਚ ਖਿੱਚ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਜਾਈਏ? ਕਰੀਏ ਗੱਲਬਾਤ ਜੀ। ਬਿਲਕੁਲ ਜੀ, ਬਿਲਕੁਲ ਜੀ ਸੰਦੀਪ ਜੀ। ਜਿਵੇਂ ਆਪਾਂ ਪਿਛਲੇ ਅਧਿਆਏ ਦੇ ਵਿੱਚ ਕਰਿਆ ਹੈਗਾ ਕਿ ਇੱਥੇ ਜਿਹੜਾ ਲੇਡੀਜ਼ ਨੂੰ, ਬੱਚਿਆਂ ਨੂੰ ਆਉਣ ਦੀ ਆਗਿਆ ਮਿਲ ਗਈ 1920 ਦੇ ਕਰੀਬ ਜੀ, ਔਰ 300 ਦੇ ਕਰੀਬ ਬੱਚੇ ਤੇ ਔਰਤਾਂ ਇੱਥੇ ਆਈਆਂ ਵੀ ਕੈਨੇਡਾ ਦੇ ਵਿੱਚ ਜਿਹੜਾ ਪ੍ਰਵਾਸ ਹੋਇਆ। ਕਿੰਨੇ ਮਨਪ੍ਰੀਤ? 1320 1920 ਓਕੇ। ਨਹੀਂ ਸੌਰੀ, ਮੈਨੂੰ 1920 ਚ ਆਉਣੇ ਸ਼ੁਰੂ ਹੋ ਗਿਆ। ਮੈਂ ਕਿਹਾ ਕਿ ਗਿਣਤੀ ਦੱਸੀ ਸੀਗੀ, ਮੇਰਾ ਧਿਆਨ ਪਾਸੇ ਚਲਾ ਗਿਆ ਸੀਗਾ। 300 ਦੇ ਕਰੀਬ। 300 ਦੇ ਕਰੀਬ ਜੀ। ਹਾਂਜੀ ਬਿਲਕੁਲ 300 ਦੇ ਕਰੀਬ। ਤੇ ਸੰਦੀਪ ਜੀ, ਬਾਕੀ ਆਪਾਂ ਜਿਵੇਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਿਆ ਹੈਗਾ ਕਿ 1897 ਦੇ ਵਿੱਚ ਜੀ ਇੱਥੇ ਮਨਪ੍ਰੀਤ ਜਿਸ ਤਰ੍ਹਾਂ ਮੇਰਾ ਧਿਆਨ ਪਾਸੇ ਚਲਾ ਗਿਆ ਸੀਗਾ, ਸੁਖਦੀਪ ਹੁਣਾਂ ਦਾ ਧਿਆਨ ਪਾਸੇ ਚਲਾ ਗਿਆ ਤੇ ਉਹਨਾਂ ਨੇ ਸਕਰੀਨ ਤੇ ਪਿਕਚਰ ਮੇਰੀ ਲਾਈ ਆ, ਮੈਨੂੰ ਤੁਹਾਡੀ ਲਾਉਣੀ ਆ ਜੀ। ਹਾਂਜੀ 1897 ਦੇ ਵਿੱਚ ਪਹਿਲੇ ਇੱਥੇ ਆਉਣੇ ਸ਼ੁਰੂ ਹੋਏ ਨੇ ਆਪਣੇ ਜਿਹੜੇ ਇੰਡੀਅਨ ਲੋਕ, ਜਾਂ ਆਪਾਂ ਕਹਿ ਲਈਏ ਪੰਜਾਬੀ ਲੋਕ ਜਾਂ ਭਾਰਤੀ ਲੋਕ। ਕੈਨੇਡਾ ਦੇ ਵਿੱਚ ਜਿਹੜਾ ਪਹਿਲਾ ਪ੍ਰਵਾਸ ਹੁੰਦਾ ਉਹ ਹਾਂਗਕਾਂਗ ਤੋਂ ਫੌਜੀ ਸੀ, ਫੌਜੀ ਇੱਥੇ ਆਏ ਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਰਾਸਤਾ ਦੇਖ ਕੇ ਗਏ ਵੀ ਕਿੱਦਾਂ ਵੀ ਬੰਦੇ ਇੱਥੇ ਪਹੁੰਚ ਸਕਦੇ ਆ ਜਾਂ ਕਿਸ ਤਰ੍ਹਾਂ ਦੇ ਆ ਜੀ। ਬਾਕੀ ਆਪਾਂ ਉਹਨਾਂ ਸੰਦੀਪ ਜੀ ਗੱਲ ਕਰੀਏ ਕਿ ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਲੋਕ ਸੀ ਆਪਣੇ 1920-30 ਦੇ ਵਿੱਚ। ਜੇ ਆਪਾਂ ਜ਼ੂਮ ਕਰੀਏ, ਇੱਕ ਸੋਚ ਕੇ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਹੋਵੇ ਨਾ, ਆਪਾਂ ਇੱਕ ਸਦੀ ਪੂਰੀ ਪਿੱਛੇ ਜਾਣਾ, ਉਦੋਂ ਲੋਕ ਬੜੇ ਸਧਾਰਨ ਲੋਕ ਸੀ ਜੀ, ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਜੀ, ਜ਼ਿਆਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿੱਦਾਂ ਕੀ ਕਰਨਾ ਹੈਗਾ, ਕਿੱਦਾਂ ਆਪਣੇ ਵਿਚਰਨਾ ਹੈਗਾ ਜਾਂ ਕਿੱਦਾਂ ਚੀਜ਼ਾਂ ਕਰਨੀਆਂ ਹੈਗੀਆਂ ਨੇ। ਤੇ ਉਹ ਇੱਕ ਚੀਜ਼ ਨੂੰ ਦੇਖ ਕੇ ਬੜਾ ਉਤਸ਼ਾਹਿਤ ਹੋਏ ਜਿਹੜੇ ਵੀ ਘਰਾਂ ਦੇ ਲੋਕ ਇੱਥੇ ਕੈਨੇਡਾ ਆਏ ਹੋਏ ਸੀ, ਜਾਂ ਆਪਾਂ 1897 ਦੀ ਗੱਲ ਕਰ ਲਈਏ ਜਾਂ 1904 ਦੀ ਗੱਲ ਕਰ ਲਈਏ ਜਾਂ 1906 ਦੀ ਗੱਲ ਕਰੀਏ ਜੀ। ਜਦੋਂ ਤੱਕ ਉਹਨਾਂ ਨੇ ਇੱਥੇ ਪੈਸੇ ਕਮਾ ਕੇ ਜਿਹੜੇ ਵਾਪਸ ਭੇਜੇ, ਵਾਪਸ ਭੇਜ ਕੇ ਉਹਨਾਂ ਨੇ ਉੱਥੇ ਹੋਰ ਜ਼ਮੀਨਾਂ ਲਈਆਂ ਜਿਹੜੇ ਪਿੱਛੇ ਬੈਕ ਹੋਮ ਦੇ ਵਿੱਚ ਸੀ, ਜਾਂ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਸਹੂਲਤਾਂ ਸੀ ਉਹਨਾਂ ਦਾ ਅਪਗ੍ਰੇਡ ਕਰਿਆ, ਜਾਂ ਜਿੱਥੇ ਰਹਿੰਦੇ ਸੀ ਜਿਹੜੇ ਘਰ, ਉਹ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ, ਆਪਾਂ ਆਮ ਦੇਖਿਆ, ਛੋਟੇ ਹੁੰਦਿਆਂ ਨੇ ਵੀ ਦੇਖਿਆ ਵੀ ਕੋਠੀਆਂ ਦੇ ਵੱਡੇ ਜਹਾਜ਼, ਆਪਣੇ ਟੈਂਕੀਆਂ ਦੇ ਵਿੱਚ ਵੱਡੇ ਜਹਾਜ਼, ਵੱਡੀਆਂ ਕੋਠੀਆਂ, ਖਾਸ ਕਰਕੇ ਆਪਣੇ ਦੁਆਬਾ ਏਰੀਆ ਦੇ ਵਿੱਚ। ਹਾਂ, ਮੈਂ ਕਹਿਣ ਹੀ ਲੱਗਾ ਸੀ, ਜਲੰਧਰ ਏਰੀਆ ਦੇ ਵਿੱਚ ਜਾਓ ਤੇ ਕੋਠਿਆਂ ਤੇ ਜਹਾਜ਼ ਖੜਾਏ ਹੋਏ ਆ ਉਹਨਾਂ ਨੇ। ਹਾਂਜੀ ਜੀ। ਸੋ ਉਹ ਚੱਲਣ ਆਮ ਹੁੰਦਾ ਸੀ ਵੀ ਇਹਨਾਂ ਦਾ ਮੁੰਡਾ ਭਾਈ ਬਾਹਰ ਗਿਆ ਹੋਣਾ ਜੀ। ਉਹ ਚੱਲਣ, ਅਸਲੀ ਜਿਹੜਾ ਚੱਲਣ ਉਹ ਸ਼ੁਰੂ ਜਦੋਂ ਹੋਇਆ ਕੈਨੇਡਾ ਦੇ, ਜੇ ਆਪਾਂ ਕਹੀਏ ਤੇ ਲੋਕਾਂ ਨੇ, ਤੇ ਉਹ ਚੀਜ਼ ਨੇ ਉਤਸ਼ਾਹਿਤ ਕੀਤਾ ਵੀ ਯਾਰ ਕੈਨੇਡਾ ਵਾਕਈ ਖੁਸ਼ਹਾਲ, ਚੰਗਾ, ਤੇ ਆਪਾਂ ਵੀ
ਉਧਰ ਨੂੰ ਪ੍ਰਵਾਸ ਕਰੀਏ ਤਾਂ ਕਿ ਆਪਾਂ ਆਪਣੀ ਰੋਜੀ ਰੋਟੀ ਵਧੀਆ ਕਮਾ ਸਕੀਏ ਔਰ ਵਧੀਆ ਆਪਣਾ ਗੁਜ਼ਰ ਬਸਰ ਹੋ ਸਕੇ। ਜਿਵੇਂ ਆਪਾਂ ਸਾਰੇ ਸੋਚਦੇ ਹਾਂ ਜੀ, ਪਹਿਲਾਂ ਇਹੀ ਸੋਚਦੇ ਹਾਂ। ਪਰ ਜਦੋਂ ਦੀ ਆਪਾਂ ਜੇ ਗੱਲ ਕਰੀਏ 1920 ਦੀ ਸੰਦੀਪ ਜੀ, ਇਹ ਇੰਨਾ ਆਸਾਨ ਨਹੀਂ ਸੀ। ਆਸਾਨ ਤਾਂ ਨਹੀਂ ਸੀ ਕਿਉਂਕਿ ਉਸ ਟਾਈਮ ਆਪਾਂ ਆਪਣੇ ਗੁਲਾਮ ਸੀਗੇ, ਬ੍ਰਿਟਿਸ਼ ਰਾਜ ਦੇ ਅਧੀਨ ਆਪਣਾ ਭਾਰਤ ਆਉਂਦਾ ਸੀ। ਉੱਥੇ ਵੀ ਕਹਾ ਜਾਗੀਰਦਾਰੀ ਪ੍ਰਬੰਧ ਚੱਲਦੇ ਸੀਗੇ, ਮਤਲਬ ਜਿਹਦੀ ਰੱਖ ਰਸੂਖ ਹੁੰਦਾ ਸੀ ਜਾਂ ਪਹੁੰਚ ਪੂਚ ਹੁੰਦੀ ਸੀ, ਜਾਂ ਤੁਸੀਂ ਇਹ ਲਾ ਲਓ ਕਿ ਵੀ ਕਿੱਦਾਂ ਵੀ ਤੁਸੀਂ ਖੁਸ਼ ਕਰਕੇ ਤਾਂ ਤੁਹਾਨੂੰ ਆਗਿਆ ਮਿਲਦੀ ਸੀ, ਤਾਂ ਤੁਸੀਂ ਆ ਸਕਦੇ ਸੀ। ਕਿਉਂਕਿ ਆਉਣ ਦੇ ਸਾਧਨ ਕਿਸ ਤਰ੍ਹਾਂ ਦੇ ਸੀਗੇ, ਜੇ ਆਪਾਂ ਹੁਣ ਗਾਹਾਂ ਇਹਦੇ ਵਿੱਚ ਗੱਲ ਕਰੀਏ ਨਾ, ਯਾਤਰਾ ਦੇ ਵਿੱਚ ਆਉਣ ਦੇ ਸਾਧਨ ਜੀ, ਪਹਿਲ ਜਦੋਂ ਤੁਸੀਂ ਆਮ ਪਿੰਡਾਂ ਵਾਲੇ ਵੱਧ ਲੋਕ ਆਏ ਇੱਥੇ, ਪਹਿਲ ਦੀ ਆਪਾਂ ਜੇ ਗੱਲ ਕਰੀਏ, ਜ਼ਿਆਦਾ ਦੁਆਬਾ ਏਰੀਆ ਹੀ ਉਰੇ ਆਇਆ, ਮਾਲਵਾ ਤਾਂ ਨਹੀਂ ਆਇਆ। ਮਾਲਵਾ ਤਾਂ ਮਾਝਾ ਤਾਂ ਬਾਅਦ ਦੇ ਵਿੱਚੋਂ ਆਉਣਾ ਸ਼ੁਰੂ ਹੋਇਆ, ਜਾਂ ਆਪਾਂ ਕਹਿ ਲਈਏ ਕਿ ਹੁਣ ਕੀ ਸ਼ੁਰੂ ਹੋਇਆ 10 ਸਾਲਾਂ ਦੇ ਵਿੱਚ ਪਿਛਲੇ ਜ਼ਿਆਦਾ। ਜੀ ਬਿਲਕੁਲ ਮਨਪ੍ਰੀਤ, ਹੁਣ ਦੀਆਂ ਗੱਲਾਂ ਬਾਤਾਂ ਵੀ ਕਰ ਲਾਂਗੇ ਆਪਾਂ ਕਿ ਹੁਣ ਤਾਂ ਬਾਬਾ ਜੀ ਦੀ ਮਿਹਰ ਆ। ਜਿਹੜੇ ਹਿਸਾਬ ਨਾਲ ਟਰੂਡੋ ਸਾਹਿਬ ਨੇ ਕਹਿਤਾ ਕਿ ਕਹਿੰਦੇ 13 ਕੁ ਲੱਖ ਬੰਦਾ ਆਉਣਾ 3 ਸਾਲ ਦੇ ਵਿੱਚ, ਤੇ ਉਹ ਕੋਟਾ ਨਹੀਂ ਪੂਰਾ ਹੋ ਰਿਹਾਗਾ, ਹੈ ਨਾ। ਸੋ ਬੜਾ ਸੋਹਣੇ ਸਾਧਨ ਮੈਂ ਕਹੂੰਗਾ ਕਿ ਵਧੀਆ ਹੈ ਮਨਪ੍ਰੀਤ ਕਿਸੇ ਮੁਲਕ ਦੇ ਵਿੱਚ ਆਉਣਾ। ਔਰ ਖਾਸ ਕਰਕੇ ਜੇ ਇੱਥੋਂ ਦੀ ਗੱਲਬਾਤ ਕਰੀਏ, ਹੁਣ ਤਾਂ ਆਬਾਦੀ ਵੀ ਕਾਫੀ ਹੋ ਗਈ, ਉਦੋਂ ਆਬਾਦੀ ਘੱਟ ਸੀਗੀ, ਤੇ ਹਜੇ ਵੀ ਮਤਲਬ ਇਹ ਸਰਕਾਰਾਂ ਨੂੰ ਲੱਗ ਰਿਹਾ ਕਿ ਹਜੇ ਬਹੁਤ ਸਾਰਾ ਮਤਲਬ ਜਿਹੜੇ ਬਾਹਰਲੇ ਜਿਹੜੇ ਨਿਊ ਇਮੀਗ੍ਰਾਂਟ ਆ ਇੱਥੇ ਜ਼ਰੂਰਤ ਆ ਉਹਨਾਂ ਦੀ, ਹੈ ਨਾ। ਬਿਲਕੁਲ, ਕਿਉਂਕਿ ਇਹ ਜਿਹੜੀ ਕੰਟਰੀ ਹੈਗੀ ਜੀ, ਇਮੀਗ੍ਰੇਸ਼ਨ ਕੰਟਰੀ ਹੈ, ਇੱਥੇ ਲੋੜ ਰਹਿਣੀ ਹੈ ਜੀ। ਅਸੀਂ ਚਾਹ ਕੇ ਵੀ ਬੰਦ ਨਹੀਂ ਕਰ ਸਕਦੇ, ਕਿਉਂਕਿ ਆਪਣੇ ਇੱਥੇ ਜਿਹੜੇ ਹੁਣ ਇੱਥੇ ਪੁਰਾਣੇ ਕੈਨੇਡੀਅਨ ਹੈਗੇ ਨੇ, ਉਹਨਾਂ ਦੇ ਆਪਣੇ ਬੱਚੇ ਇੰਨੇ ਨਹੀਂ ਹੁੰਦੇ, ਤਾਂ ਕਰਕੇ ਆਪਾਂ ਨੂੰ ਲੋੜ ਰਹਿਣੀ ਆ। ਔਰ ਜੇ ਇਹ ਮੁਲਕ ਨੇ ਸੈਲਫ ਡਿਪੈਂਡੈਂਟ ਹੋਣਾ ਤਾਂ ਸਾਨੂੰ ਆਬਾਦੀ ਦੀ ਲੋੜ ਹੈ। ਬਿਲਕੁਲ, ਜੇ ਅਸੀਂ ਚੀਜ਼ਾਂ ਤਾਂ ਹੀ ਬਣਾ ਸਕਾਂਗੇ ਇੱਥੇ, ਤਾਂ ਹੀ ਪ੍ਰੋਡਕਸ਼ਨ ਹੋਊਗੀ ਜੇ ਲਾਗਤ ਹੋਊਗੀ। ਟਰੂ, ਲਾਗਤ ਤਾਂ ਹੀ ਹੋਊਗੀ ਜੇ ਲੋਕ ਹੋਣਗੇ। ਬਿਲਕੁਲ ਸਹੀ ਗੱਲ ਹੈ। ਬਿਲਕੁਲ, ਤੇ ਖੱਤੇ ਨੂੰ ਖੁਸ਼ਹਾਲ ਕਰਨ ਲਈ ਆਬਾਦੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਉਹਦੇ ਲਈ ਉਹ ਆਪਣੀ ਗਵਰਨਮੈਂਟ ਜਿਹੜੀ ਹੈਗੀ, ਕੈਨੇਡਾ ਗਵਰਨਮੈਂਟ ਜਿਹੜੀ ਹੈਗੀ ਆ, ਉਹ ਸਾਧਨ ਜੁਟਾਉਣ ਦੇ ਵਿੱਚ ਜਾਂ ਇਮੀਗ੍ਰੇਸ਼ਨ ਦਾ ਪ੍ਰਵਾਸ ਵੱਧ ਤੋਂ ਵੱਧ ਵਧਾਉਣ ਦੇ ਵਿੱਚ ਕੋਸ਼ਿਸ਼ ਕਰ ਰਹੀ ਹੈ ਜੀ। ਤੇ ਆਪਾਂ ਵਾਪਸ ਆਈਏ ਜੀ ਆਪਣੇ ਟੌਪਿਕ ਤੇ, ਯਾਤਰਾ ਦੇ ਸਾਧਨ। ਯਾਤਰਾ ਦੇ ਸਾਧਨ ਕੀ ਸੀਗੇ? ਨਾ ਤਾਂ ਤੁਹਾਡੇ ਕੋਲ ਜਾਣਕਾਰੀ ਆ ਉਸ ਟਾਈਮ ਦੇ ਵਿੱਚ, ਨਾ ਤੁਸੀਂ ਇੰਨੇ ਪੜ੍ਹੇ ਲਿਖੇ ਹੋ, ਨਾ ਤੁਹਾਡੇ ਇੰਨੇ ਡਿਵੈਲਪ ਮਾਈਂਡ ਨੇ, ਸਿਰਫ ਤੁਸੀਂ ਸੁਣੀਆਂ ਸੁਣਾਈਆਂ ਗੱਲਾਂ ਨੇ ਤੁਹਾਡੇ ਕੋਲ ਜੀ। ਉੱਥੋਂ ਆਏ ਜਾਂਦੇ ਆ ਜੀ, ਸਮੁੰਦਰੀ ਜਹਾਜ਼ ਜਾਂਦੇ ਆ, ਉੱਥੇ ਕੈਨੇਡਾ ਦੇ ਵਿੱਚ ਇੰਨੀ ਠੰਡ ਪੈਂਦੀ ਆ, ਬਰਫ਼ ਪੈਂਦੀ ਆ, ਵੀ ਉੱਥੇ ਰਹਿਣ ਸਹਿਣ ਦਾ ਕਿਵੇਂ ਆ, ਮਤਲਬ ਸੁਣਨ ਸੁਣਾਈਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਬੰਦਾ ਕੋਈ ਆ ਕੇ ਵਾਪਸ ਆਉਂਦਾ। ਮਨਪ੍ਰੀਤ, ਤੁਸੀਂ ਦੇਖੋ 1920 ਦੀਆਂ ਗੱਲਾਂ ਆਪਾਂ ਕਰ ਰਹੇ ਆ, ਤੇ ਮੈਨੂੰ ਲੱਗਦਾ ਜਦੋਂ ਕਿ ਮੇਰਾ 77 ਦੇ ਵਿੱਚ ਬਰਥ ਹੋਇਆ ਤੇ ਉਦੋਂ ਤੱਕ ਜਿਹੜੇ ਬਾਹਰੋਂ ਜਾਂਦੇ ਸੀ ਕਿੰਨੀ ਇੱਜ਼ਤ ਹੁੰਦੀ ਸੀ, ਲੋਕ ਹੱਥ ਲਾ ਉਹਨਾਂ ਨੂੰ ਦੇਖਦੇ ਹੁੰਦੇ ਸੀ ਕਿਹੋ ਜਿਹੇ ਮੁਲਕ ਚੋਂ ਆਏ ਆ, ਕੀ ਇਹ ਖਾਂਦੇ ਪੀਂਦੇ ਹੋਣੇ ਆ, ਕਿੰਨਾ ਇੱਕ ਸਤਿਕਾਰ ਸੀਗਾ। ਤੇ ਪਿੱਛੇ ਚਲੇ ਜਾਓ ਜਿਹੜੇ ਮੈਨੂੰ ਲੱਗਦਾ 2-2, 3-3 ਸਾਲ ਬਾਅਦ ਜਾਂਦੇ ਹੋਣੇ ਆ, 15-15 ਦਿਨ ਕਈ ਵਾਰ ਜੇ ਸਮੁੰਦਰੀ ਜਹਾਜ਼ ਰਾਹੀਂ ਮਤਲਬ ਜਾਂਦੇ ਹੋਣੇ ਆ, 15-20 ਮਹੀਨਾ ਵੀ ਕਈ ਵਾਰ ਲੱਗ ਜਾਂਦਾ ਹੋਣਾ, ਹੈ ਨਾ। ਤੇ ਕਿੰਨਾ ਲੋਕਾਂ ਦੇ ਵਿੱਚ ਜਿਹੜੇ ਪਿੰਡ ਵਾਲੇ ਲੋਕ ਆ, ਕਿੰਨਾ ਉਹਨਾਂ ਦਾ ਸਤਿਕਾਰ ਕਰ ਦੇਣੇ ਆ, ਹੈ ਨਾ। ਕਿੰਨਾ ਮਤਲਬ ਸਾਰੀਆਂ ਚੀਜ਼ਾਂ ਹੀ ਕਿੰਨੀ ਬਦਲਾਅ ਹੋ ਗਿਆ। ਜੇ ਅੱਜ ਦੀ ਗੱਲਬਾਤ ਕਰੀਏ, ਜੇ ਕੋਈ ਬਾਹਰੋਂ ਆਇਆ ਲੋਕ ਕਹਿੰਦੇ ਪਾਸੇ ਹੋ ਕੇ ਖੜ, ਇਹ 'ਚ ਤਾਂ ਘਮੰਡ ਆ ਗਿਆ। ਇੱਦਾਂ ਦੀਆਂ ਗੱਲਾਂ ਹੁਣ ਚੱਲ ਰਹੀਆਂ ਜਾਂ ਸਾਇੰਟੀਫਿਕ ਤਰੀਕੇ ਨਾਲ ਨਾ, ਜਦੋਂ ਨੌਲੇਜ ਹੁੰਦੀ ਹੈ ਨਾ ਸੰਦੀਪ ਜੀ, ਕਿਸੇ ਵੀ ਚੀਜ਼ ਦੀ ਜੀ, ਕਿਸੇ ਆਪਾਂ ਕੋਈ ਵੀ ਟੌਪਿਕ ਆ, ਕਿਸੇ ਵੀ ਗੱਲ ਕਰਦੇ ਆ, ਜਾਂ ਆਪਾਂ ਆਪਣੇ ਆਪ ਨੂੰ ਐਜੂਕੇਟ ਕਰਦੇ ਆ, ਤੁਸੀਂ ਉੱਤੇ ਵਧੀਆ ਬੋਲ ਸਕਦੇ ਹੋ। ਤੁਸੀਂ ਜਿਵੇਂ ਹੁਣ ਤੁਸੀਂ ਜਿਹੜੇ ਲੋਕਾਂ ਨੇ ਇੱਥੇ ਆ ਕੇ ਬਾਹਰ ਦੀਆਂ ਚੀਜ਼ਾਂ ਦੇਖੀਆਂ, ਉਹ ਬਿਲਕੁਲ ਅਲੱਗ ਸੀ ਆਪਣੇ ਨਾਲੋਂ। ਉਹਨਾਂ ਨੇ ਜਦ ਜਾ ਕੇ ਉੱਥੇ ਦੱਸੀਆਂ, ਵਾਪਸ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾ ਕੇ ਵਾਪਸ ਦੱਸੀਆਂ, ਤਾਂ ਪ੍ਰਭਾਵਿਤ ਹੋਣਾ ਉੱਥੇ ਵਾਲੇ ਲੋਕਾਂ ਦਾ ਲਾਜ਼ਮੀ ਸੀ ਜੀ, ਕਿਉਂਕਿ ਉਹ ਸਾਡੇ ਤੋਂ ਅਲੱਗ ਚੀਜ਼ਾਂ ਸੀ ਜੀ, ਸਾਡੇ ਤੋਂ ਅਲੱਗ ਮੁਲਕ ਸੀ, ਸਾਡੇ ਤੋਂ ਅਲੱਗ ਫਿਜ਼ਾਵਾਂ ਸੀ, ਸਾਰਾ ਕੁਝ ਅਲੱਗ ਸੀ। ਤੇ ਉਸੇ ਚੀਜ਼ਾਂ ਨੇ ਬਹੁਤ ਆਪਣੇ ਪ੍ਰਭਾਵਿਤ ਕੀਤਾ। ਬਾਕੀ ਆਪਾਂ ਗੱਲ ਵਾਪਸ ਆਈਏ ਯਾਤਰਾ ਦੇ ਸਾਧਨ ਜੀ। ਇੱਕ ਬੰਦਾ ਮੇਰੇ ਵਰਗਾ, ਤੁਹਾਡੇ ਵਰਗਾ, ਠੀਕ ਹੈ, ਤੁਰਦਾ ਸੀਗਾ ਪਿੰਡ ਤੋਂ, ਤੁਰ ਕੇ ਉਹਦਾ ਪਹਿਲਾਂ ਰੇਲਵੇ ਸਟੇਸ਼ਨ ਤੱਕ ਦਾ ਸਫ਼ਰ ਗੱਡਿਆਂ ਦੇ ਵਿੱਚ ਹੁੰਦਾ ਸੀ ਜੀ। ਤੇ ਫਿਰ ਉੱਥੇ ਰੇਲਵੇ ਦੇ ਵਿੱਚ ਵੀ ਕੋਈ ਆਏ ਨਹੀਂ, ਪੱਕੀਆਂ ਟਿਕਟਾਂ ਨਹੀਂ ਹੁੰਦੀਆਂ ਸੀ ਵੀ ਪੱਕੀ ਟਿਕਟ ਮਿਲ ਜਾਣੀ ਆ ਤੁਹਾਨੂੰ। ਕਈ ਵਾਰ ਜਾ ਕੇ ਰੇਲਵੇ ਸਟੇਸ਼ਨ ਤੋਂ ਵਾਪਸ ਵੀ ਮੁੜਨਾ ਪੈਂਦਾ ਸੀ। ਓਕੇ,
ਯਾ ਰੇਲਵੇ ਸਟੇਸ਼ਨ ਤੋਂ ਫਿਰ ਤੁਸੀਂ ਜਾਣੀ ਕਿ ਕੋਈ ਵੀ ਨੇੜੇ ਦਾ ਜਿਹੜਾ ਰੇਲਵੇ ਸਟੇਸ਼ਨ ਆ, ਕਿਹੜੇ ਵੀ ਪਿੰਡ ਦੇ ਵਿੱਚ ਹੈਗੇ ਹੋ ਤੁਸੀਂ, ਹਨਾ, ਤੁਸੀਂ ਉੱਥੇ ਪਹੁੰਚ ਕਰ ਦਿੰਦੇ ਹੋ। ਉੱਥੇ ਪਹੁੰਚ ਕਰਕੇ ਤੁਸੀਂ ਟਿਕਟ ਲੈ ਕੇ ਰੇਲਵੇ ਗੱਡੀ ਦੇ ਵਿੱਚ ਤੁਸੀਂ ਬੈਠਦੇ ਹੋ। ਬੈਠਣ ਦੇ ਪਹਿਲਾਂ ਵੀ ਕਈ ਵਾਰ ਤੁਹਾਨੂੰ ਵਾਪਸ ਮੁੜਨਾ ਪੈਂਦਾ ਸੀ ਕਿ ਅੱਜ ਰੇਲ ਆਉਣੀ ਨਹੀਂ, ਜਾਂ ਰੇਲ ਕੈਂਸਲ ਹੋ ਗਈ, ਜਾਂ ਟਿਕਟਾਂ ਨਹੀਂ ਮਿਲੀਆਂ, ਜਾਂ ਕੋਲਾ ਮੁੱਕ ਗਿਆ। ਕੋਲੇ ਵਾਲੀਆਂ ਤਿਲ ਹੁੰਦੀਆਂ ਸੀ ਨਾ। ਮਨਪ੍ਰੀਤ ਤੁਸੀਂ ਦੇਖਿਆ ਉਹ ਜੋ ਰੇਲ ਦੀ ਗੱਲ ਕੀਤੀ, ਚਲੋ ਸੌਰੀ ਆਪਣਾ ਵਿਸ਼ਾ ਨਹੀਂ ਹੈਗਾ, ਤੇ ਮੇਰੇ ਨਾਨਕੇ ਮਤਲਬ ਮੋਗੇ ਤੋਂ ਜੋ ਖੜੇ ਹੋਣਾ ਨਾ ਖੇਤ ਦੇ ਨਾਲ ਦੀ ਲੰਘਣਾ, ਤੇ ਜਿਹੜਾ ਇੰਜਣ ਦੇ ਨਾਲ ਮਤਲਬ ਇੱਕ ਬੰਦੇ ਹੁੰਦੇ ਸੀ 2-3, ਤੇ ਉਹ ਕਈ ਵਾਰ ਦਿਖਦੇ ਹੁੰਦੇ ਸੀਗੇ ਇਦਾਂ ਕੋਲਾ ਉਹਨਾਂ ਨੇ ਚੱਕਣਾ ਸ਼ਾਵਲ ਦੇ ਨਾਲ, ਤੇ ਇਦਾਂ ਉਹਦੇ ਵਿੱਚ ਕੋਲਾ ਮਤਲਬ ਸੁੱਟਦੇ ਹੁੰਦੇ ਸੀ ਇੰਜਨ ਦੇ ਵਿੱਚ, ਹਨਾ। ਹਾਂਜੀ ਹਾਂਜੀ ਦਿਖਦੇ ਹੁੰਦੇ ਸੀਗੇ। ਯੈਸ, ਮੈਂ ਤਾਂ ਮੂਵੀਜ਼ ਦੇ ਵਿੱਚ ਦੇਖਿਆ ਸੰਦੀਪ ਜੀ, ਮੈਂ ਤੋਂ ਛੋਟਾ ਜੀ। ਜੀ ਵੀਰ, ਬਿਲਕੁਲ। ਤੇ ਸੰਦੀਪ ਜੀ ਬਾਕੀ ਫਿਰ ਉਹ ਤੋਂ ਕਈ ਵਾਰ ਰੇਲਵੇ ਸਟੇਸ਼ਨ ਤੇ ਆਉਣਾ, ਰੇਲਵੇ ਸਟੇਸ਼ਨ ਤੋਂ ਆ ਕੇ ਵੀ ਵਾਪਸ ਮੁੜਨਾ ਪੈਣਾ। ਕਿਉਂ? ਕਿਉਂਕਿ ਗੱਡੀ ਦਾ ਨਾ ਆਉਣਾ ਜਾਂ ਟਿਕਟ ਦਾ ਨਾ ਮਿਲਣਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਮ ਹੁੰਦੀਆਂ ਸੀ। ਫਿਰ ਉਸ ਤੋਂ ਬਾਅਦ ਆਪਣੇ ਰੇਲਵੇ ਤੋਂ ਸਿੱਧਾ ਕਲਕੱਤੇ ਪਹੁੰਚਣਾ ਜੀ। ਜਾਣੀ ਕਿ ਜਦੋਂ ਦਿੱਲੀ ਨਹੀਂ ਸੀ ਮੇਨ ਕੇਂਦਰ, ਉੱਥੇ ਬੰਦਰਗਾਹ ਸੀ, ਕਿਉਂਕਿ ਕਲਕੱਤੇ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਪੁਰਾਣੀਆਂ ਬੰਦਰਗਾਹਾਂ ਨੇ ਜੀ। ਆਪਾਂ ਪੋਰਟ ਕਹਿ ਦਿੰਦੇ ਆ, ਜਾਂ ਆਪਾਂ ਕਹਿ ਦਿੰਦੇ ਆ ਆਪਣੇ ਇੱਥੇ ਅਲੱਗ-ਅਲੱਗ ਹੈਗੀਆਂ ਨੇ ਜਿਹੜੀਆਂ ਪੋਰਟ ਤੇ ਜਿਵੇਂ ਸਮਾਨ ਆਉਂਦਾ। ਹੁਣ ਆਪਾਂ ਸਮੁੰਦਰੀ ਜਹਾਜ਼ਾਂ ਨੂੰ ਜ਼ਿਆਦਾ ਆਪਣਾ ਸਮਾਨ ਲਿਆਉਣ ਲਈ ਵਰਤਦੇ ਆ ਜੀ। ਸਟੀਮਲੈਂਡ ਸ਼ਿਪਾਂ ਚੱਲਦੀਆਂ ਨੇ, ਉੱਥੋਂ ਚੱਲਦੀਆਂ ਨੇ, ਜਿਵੇਂ ਕੰਟੇਨਰ ਆਉਂਦੇ ਨੇ ਅੱਗੇ, ਉਹਦੇ ਵਿੱਚ ਬੰਦੇ ਵੀ ਆਉਂਦੇ ਸੀ, ਕਿਉਂਕਿ ਇੱਕੋ ਹੀ ਰਾਸਤਾ ਸੀ, ਸਮੁੰਦਰੀ ਰਾਸਤਾ ਜੀ। ਉਸ ਤੋਂ ਬਾਅਦ ਕਲਕੱਤੇ ਤੋਂ ਬਾਅਦ ਉੱਥੇ ਕਲੀਅਰੈਂਸ ਕਰਾਉਣੀ। ਕਲੀਅਰੈਂਸ ਕੋਈ ਸੌਖੀ ਨਹੀਂ ਸੀ, ਬਹੁਤ ਔਖਾ ਸੀ ਕੰਮ ਉੱਥੇ, ਕਿਉਂਕਿ ਗੋਰਿਆਂ ਦੇ ਨਾਲ ਡੀਲ ਕਰਨਾ ਪੈਂਦਾ ਸੀ ਤੁਹਾਨੂੰ। ਉੱਥੇ ਵੀ ਕਹਿ ਕਹਾ ਕੇ ਉੱਥੋਂ ਕਲੀਅਰੈਂਸ ਹੋਣੀ ਜੀ। ਕਲੀਅਰੈਂਸ ਕਰਾ ਕੇ ਕਈ ਵਾਰ ਤੁਹਾਨੂੰ ਕਈ ਦਿਨ ਉੱਥੇ ਬੈਠਣਾ ਪੈਂਦਾ। ਫਿਰ ਉੱਥੋਂ ਸਮੁੰਦਰੀ ਜਹਾਜ਼ ਦਾ ਸਫ਼ਰ ਹੁੰਦਾ ਤੁਹਾਡਾ ਹਾਂਗਕਾਂਗ ਤੱਕ ਦਾ ਜੀ। ਹਾਂਗਕਾਂਗ ਜਾ ਕੇ ਜਦੋਂ ਤੁਸੀਂ ਹਾਂਗਕਾਂਗ ਪਹੁੰਚਦਾ ਸੀ ਜਿਹੜਾ ਬੰਦਾ ਜੀ, ਉੱਥੇ ਵੀ ਘੱਟੋ ਘੱਟ ਤੁਹਾਨੂੰ ਕਈ ਵਾਰ 2-2 ਵੀਕ, ਕਈ ਵਾਰ ਮਹੀਨਿਆਂ ਬੱਧੀ ਬੈਠਣਾ ਪੈਂਦਾ ਸੀ। ਫਿਰ ਉੱਥੋਂ ਹਾਂਗਕਾਂਗ ਤੋਂ ਜਹਾਜ਼ ਚੱਲਦਾ ਸੀ ਸਿੱਧਾ ਕੈਨੇਡਾ ਨੂੰ। ਔਰ ਇਹਦੇ ਵਿੱਚ ਘੱਟ ਤੋਂ ਘੱਟ ਜਿਹੜੇ ਦਿਨ ਲੱਗਦੇ ਸੀ ਉਸ ਟਾਈਮ ਦੇ ਵਿੱਚ, ਘੱਟ ਤੋਂ ਘੱਟ ਜੇ ਆਪਣੇ ਉਹਦੇ ਵਿੱਚ ਆਉਂਦੀ ਹੈਗੀ ਆ ਗੱਲ ਵੀ ਕਿੰਨਾ ਟਾਈਮ ਲੱਗਦਾ ਸੀ, ਘੱਟ ਤੋਂ ਘੱਟ 60 ਤੋਂ 70 ਦਿਨ ਲੱਗਦੇ ਸੀਗੇ। ਮਤਲਬ 2 ਤੋਂ 2.25 ਮਹੀਨੇ ਘੱਟ ਤੋਂ ਘੱਟ ਸਿਰਫ ਕੈਨੇਡਾ ਆਉਣ ਤੱਕ। ਵਾਹ ਜੀ ਵਾਹ। ਜਿਹੜਾ ਹੁਣ ਆਪਾਂ ਅੱਧੇ ਦਿਨ ਦੇ ਵਿੱਚ ਆ ਜਾਂਦੇ ਆ। ਉਹ ਵੀ ਮਨਪ੍ਰੀਤ ਕਈ ਵਾਰ ਬੰਦੇ ਕਹਿੰਦੇ ਆ ਹੋਰ ਕੁਝ ਕੀ ਹੋ ਰਿਹਾ ਹੁਣ, 13 ਘੰਟੇ ਲੱਗਦੇ ਆ, 13 ਘੰਟੇ ਦਾ ਮਤਲਬ ਲੱਗਾ ਹੈ ਜੀ ਬਣਾਉਣ ਲਈ ਰਾਕਟ ਜੀ। ਅੱਛਾ, ਵੈਸੇ ਹੋ ਹੀ ਜਾਊਗਾ ਸੰਦੀਪ ਜੀ, ਕੁਝ ਨਾ ਹੋ ਜਾਣਾ। ਮੈਂ ਇੱਕ ਵਾਰੀ ਸੁਣਦਾ ਸੀ, ਸ਼ਾਇਦ ਕਹਿੰਦੇ ਸੀ USA ਵਾਲੇ ਕਹਿੰਦੇ ਕਿ ਇਦਾਂ ਸਿੱਧਾ ਅਸਮਾਨ 'ਚ ਜਾਇਆ ਕਰੂਗਾ, ਫਿਰ ਕਿਹੜੇ ਪਾਸੇ ਨੂੰ ਜਾਣਾ, ਕਹਿੰਦੇ ਇਦਾਂ ਹੀ ਮਤਲਬ ਫਾਸਟ ਉਧਰਲੇ ਪਾਸੇ ਨੂੰ ਨੇੜੇ ਕਰ ਦਿਆ ਕਰਨਾ ਸਿੱਧਾ। ਕੁਝ ਵੀ ਹੋ ਸਕਦਾ ਮਨਪ੍ਰੀਤ, ਜਿਹੜੇ ਹਿਸਾਬ ਨਾਲ ਮਤਲਬ ਡਿਵੈਲਪਮੈਂਟ ਟੈਕਨੋਲੋਜੀ ਆ ਰਹੀ ਹੈ ਨਵੀਂ ਹਨਾ, ਤਰੱਕੀਆਂ ਹੋ ਰਹੀਆਂ ਜੀ। ਤੇ ਇਹਦੇ ਵਿੱਚ ਸੰਦੀਪ ਜੀ ਜਿਵੇਂ ਆਪਾਂ ਕਿਹਾ ਹੈਗਾ ਕਿ ਮਹੀਨਿਆਂ ਬੱਧੀ ਸਮਾਂ ਲੱਗਦਾ ਸੀ, ਇਹਦੇ ਵਿੱਚ ਕਈ ਵਾਰ ਇਹ ਵੀ ਹੁੰਦਾ ਸੀਗਾ ਕਈ ਬੰਦਿਆਂ ਲਈ ਹੁਣ ਜਿਹੜੀਆਂ ਚੀਜ਼ਾਂ ਨੇ ਨਵੀਆਂ ਨੇ, ਬਿਲਕੁਲ ਨਵੀਆਂ ਨੇ ਜੀ। ਮਨਪ੍ਰੀਤ ਤੇ ਸੰਦੀਪ ਨੇ ਕਦੇ ਸਮੁੰਦਰੀ ਜਹਾਜ਼ ਦੇਖੇ ਹੀ ਨਹੀਂ। ਬਿਲਕੁਲ। ਉਹ ਕਲਕੱਤੇ ਜਾਂਦੇ ਆ, ਕਲਕੱਤੇ ਜਾ ਕੇ ਉਹ ਦੇਖਦੇ ਆ ਵੀ ਇੱਕ ਇਹ ਲੋਹੇ ਦਾ ਬਣਿਆ ਹੋਇਆ ਵੀ ਭਾਈ ਇਹਦੇ ਵਿੱਚ ਇੰਨੇ ਬੰਦਿਆਂ ਨੇ ਬੈਠ ਕੇ ਜਾਣਾ ਹੈ ਜੀ। ਕਿਉਂਕਿ ਸਾਡੀ ਸੋਚਣ ਆਪਣਾ ਉਦਾਂ ਹੀ ਹੁੰਦਾ, ਕਿਉਂਕਿ ਆਪਾਂ ਆਪਣੇ ਜਾਨ ਦੀ ਮਾਲ ਦੀ ਪਹਿਲਾਂ ਦੇਖਦੇ ਆ ਜੀ। ਬਹੁਤ ਸਾਰੇ ਬੰਦੇ ਇਹ ਹੁੰਦੇ ਸੀਗੇ ਵੀ ਕਲਕੱਤੇ ਜਾ ਕੇ ਜਹਾਜ਼ 'ਚ ਬੈਠਣ ਤੋਂ ਡਰ ਕੇ ਵਾਪਸ ਆ ਜਾਂਦੇ ਸੀ ਕਿ ਨਹੀਂ ਜੀ ਇਹ ਤਾਂ ਡੁੱਬ ਜਾਾਂਗੇ ਅਸੀਂ, ਇਹ ਜਹਾਜ਼ ਵੀ ਡੁੱਬੂਗਾ, ਅਸੀਂ ਵੀ ਡੁੱਬਾਂਗੇ, ਨਾ ਅਸੀਂ ਵਾਪਸ ਆਵਾਂਗੇ ਨਾ ਜਹਾਜ਼ ਨੇ ਆਉਣਾ ਜੀ। ਬਹੁਤ ਬੰਦੇ ਕਲਕੱਤੇ ਤੋਂ ਵਾਪਸ ਆ ਜਾਂਦੇ ਸੀਗੇ। ਕਾਫੀ ਚੱਲਣਾ, ਇਹਦੀਆਂ ਕਾਫੀ ਐਗਜ਼ਾਮਪਲਾਂ ਮਿਲਦੀਆਂ ਨੇ ਵੀ 3 ਬੰਦੇ ਗਏ, 3 ਤੋਂ ਸਿਰਫ 1 ਬੰਦੇ ਨੇ ਹੋ ਪਿਆ ਵੀ ਉਹ ਜਹਾਜ਼ ਦੇ ਵਿੱਚ ਬੈਠ ਗਿਆ, ਸਮੁੰਦਰੀ ਜਹਾਜ਼ ਦੇ ਵਿੱਚ। 2 ਜਿਹੜੇ ਨਾਲ ਦੇ ਸੀ ਉਹ ਵਾਪਸ ਆ ਗਏ ਵੀ ਨਹੀਂ ਜੀ ਅਸੀਂ ਤਾਂ ਡੁੱਬ ਜਾਾਂਗੇ। ਮਨਪ੍ਰੀਤ ਨਾਲ ਜੇ ਆਪਣਾ ਕੋਈ ਪ੍ਰੋਗਰਾਮ ਦੇਖ ਰਹੇ ਆ, ਕਿਸੇ ਦੀ ਕਾਲ ਲਈਏ, ਜਿਹੜੇ ਆਪਣੇ ਤੋਂ ਵੀ ਸੀਨੀਅਰ ਹੈਗੇ ਆ, ਮੈਨੂੰ ਬੀਬੀ ਢੀਂਡਸਾ ਸਾਹਿਬ ਵੀ ਸੁਣ ਰਹੇ ਹੋਣੇ ਆ, ਸ਼ਾਇਦ ਉਹਨਾਂ ਕੋਲ ਕੋਈ ਹੋਰ ਸਟੋਰੀ ਹੋਊਗੀ ਜਿਹੜੀ ਮਤਲਬ ਰਿਐਲਿਟੀ ਆਪਾਂ ਮਤਲਬ ਤੁਸੀਂ ਪੜ੍ਹਿਆ ਹੈ ਨਾ, ਪੜ੍ਹ ਕੇ ਸਾਰੀਆਂ ਚੀਜ਼ਾਂ ਕਰ ਰਹੇ ਹੋ, ਸ਼ਾਇਦ ਕੋਈ ਇੱਦਾਂ ਦੇ ਵੀ ਆਪਣੇ ਨਾਲ ਪ੍ਰੋਗਰਾਮ ਦੇਖ ਰਹੇ ਹੋਣੇ ਜਿਨ੍ਹਾਂ ਨੇ ਰਿਐਲਿਟੀ 'ਚ ਗੱਲਾਂ ਸੁਣੀਆਂ ਹੋਣੀਆਂ ਆਪਣੇ ਬਾਬਿਆਂ ਤੋਂ, ਬਜ਼ੁਰਗਾਂ ਤੋਂ, ਹੈ ਨਾ।
ਇਹ ਜਿਹੜੀਆਂ ਮੈਂ ਗੱਲ ਕਰ ਰਿਹਾ ਸੰਦੀਪ ਜੀ ਇਹ ਵਾਲੇ ਵੀ ਜਿਹੜੀਆਂ ਹੈਗੀਆਂ ਨੇ ਇਹ ਰਿਐਲਿਟੀ ਹੈ। ਜੀ 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 ਇਹ ਰਿਐਲਿਟੀ ਦੇ ਨਾਲ ਹੀ ਸੰਬੰਧਿਤ ਆ ਉਹਨਾਂ ਲੋਕਾਂ ਦੀ ਵਿਚਾਰ ਨੇ ਜਿਹੜੇ ਉਸ ਟਾਈਮ ਸਫਰ ਕਰਦੇ ਨਹੀਂ ਮਨਪ੍ਰੀਤ, ਜਿਵੇਂ ਤੁਸੀਂ ਤਾਂ ਮਤਲਬ ਪੜ੍ਹ ਕੇ ਆਪਾਂ ਪੜ੍ਹਿਆ, ਤੁਸੀਂ ਹਨਾ ਮਿਹਨਤ ਕੀਤੀ ਕਾਫੀ, ਕਈ ਵਾਰ ਉਹ ਕਿਸੇ ਦੀ ਹੱਡ ਬੀਤੀ ਸੁਣਾ ਦਿੰਦੇ ਹੁੰਦੇ ਆ ਹਨਾ। ਆਪਾਂ ਤਾਂ ਕਹਿੰਦੇ ਆ ਵਧੀਆ ਕਾਲ ਕਰਨ, ਹਾਂ ਵਧੀਆ ਕਾਲ ਕਰਨ, ਉਹਦੇ ਵਿੱਚ ਸਾਡੀ ਨੌਲੇਜ ਦੇ ਵਿੱਚ ਵੀ ਵਾਧਾ ਹੁੰਦਾ ਹੈ। ਜੀ ਜੀ ਉਹ ਚੰਗੀ ਗੱਲ ਹੈ ਜੀ। ਗਿਆਨ ਨਾਲ ਜੇ ਕੋਈ ਬੰਦਾ ਜਿੰਨਾ ਆਪਾਂ ਇਹਨੂੰ ਸ਼ੇਅਰਿੰਗ ਕਰਦੇ ਆ ਨਾ ਉਨਾ ਜ਼ਿਆਦਾ ਬੈਟਰ ਆ। ਬਿਲਕੁਲ ਸਹੀ ਗੱਲ, ਉਹਨਾਂ ਸਾਨੂੰ ਜ਼ਿਆਦਾ ਸਿੱਖਣ ਨੂੰ ਮਿਲੂਗਾ। ਜੀ। ਤੋ ਸਮੁੰਦਰੀ ਜਹਾਜ਼ਾਂ ਦੇ ਡਰ ਦੀ ਆਪਾਂ ਗੱਲ ਕਰੀਏ, ਇਹ ਆਮ ਸੀਗਾ, ਸੁਭਾਵਿਕ ਸੀਗਾ ਡਰ। ਕਿਉਂਕਿ ਆਪਾਂ ਉਹ ਚੀਜ਼ਾਂ ਪਹਿਲਾਂ ਦੇਖੀਆਂ ਨਹੀਂ, ਕਦੇ ਆਪਾਂ ਜਿਹੜੀ ਚੀਜ਼ ਦਾ ਐਕਸਪੀਰੀਅੰਸ ਨਹੀਂ ਕਰਦੇ ਜੀ, ਜਦੋਂ ਉਹਦੇ ਵਿੱਚ ਅਚਾਨਕ ਆਪਾਂ ਨੂੰ ਕਈ ਵਾਰ ਉਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਜਾਂ ਹੁਣ ਕਈ ਚੀਜ਼ਾਂ ਹੁੰਦੀਆਂ ਨੇ ਸੰਦੀਪ ਜੀ, ਜਿਵੇਂ ਹੁਣ ਆਪਣੇ ਵੰਡਰਲੈਂਡ ਦੇ ਵਿੱਚ ਕਈ ਆਪਣੇ ਰਾਈਡਸ ਹੈਗੀਆਂ ਨੇ, ਬਹੁਤ ਡੇਂਜਰਸ ਨੇ ਜੀ। ਜਾਂ ਤੁਸੀਂ ਬਾਹਰ ਖੜ ਕੇ ਦੇਖਦੇ ਹੋ, ਕਈ ਵਾਰ ਕਈ ਬੰਦਿਆਂ ਦਾ ਹਿਊ ਨਹੀਂ ਪੈਂਦਾ ਆਪਣਾ ਵੀ ਮੈਂ ਯਾਰ ਇਹ ਰਾਈਡ ਲੈ ਲਾ। ਲੋਕ ਚੀਕਾਂ ਮਾਰਦੇ ਆ ਜਾਂ ਉਹ ਚੀਜ਼ਾਂ ਹੁੰਦੀਆਂ ਨੇ। ਸੇਮ ਥਿੰਗ ਹੀ ਉੱਥੇ ਸੀਗੀ ਵੀ ਯਾਰ ਇਹ ਆਮ ਸਧਾਰਨ ਇੱਕ ਆਦਮੀ ਸੋਚਦਾ ਵੀ ਯਾਰ ਪਾਣੀ ਤੇ ਇੱਕ ਬੰਦਾ ਤੈਰਨਾ ਬਿਨਾਂ ਤਾਰੀ ਤੋਂ, ਜੇ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਔਖਾ ਹੈ। ਇੱਕ ਐਡਾ ਭਾਰਾ ਲੋਹੇ ਦਾ ਜਹਾਜ਼ ਕਿਵੇਂ ਤੈਰੂਗਾ ਜੀ। ਸੋ ਇਹ ਚੀਜ਼ਾਂ ਸੀਗੀਆਂ ਜੀ। ਤੇ ਇਸ ਤੋਂ ਬਾਅਦ ਸੰਦੀਪ ਜੀ ਜਿਹੜਾ ਹੈਗਾ ਸਮੁੰਦਰ ਦਾ ਸਫ਼ਰ ਜੀ, ਸਮੁੰਦਰ ਦਾ ਸਫ਼ਰ ਕੋਈ ਈਜ਼ੀ ਨਹੀਂ ਸੀ, ਬਹੁਤ ਥਕਾ ਦੇਣ ਵਾਲਾ। ਜਿਵੇਂ ਮੈਂ ਕਿਹਾ ਤੁਹਾਨੂੰ 60 ਤੋਂ 70 ਦਿਨ ਘੱਟ ਤੋਂ ਘੱਟ ਲੱਗਦੇ ਸੀ। ਕਈ ਵਾਰ ਇਹਦੇ ਵਿੱਚ ਜੇ ਤੁਹਾਡਾ ਪੜਾਅਵਾਰ ਮਤਲਬ ਜਿਵੇਂ ਤੁਸੀਂ ਹਾਂਗਕਾਂਗ ਦੇ ਵਿੱਚ ਬੈਠੇ ਹੈਗੇ ਹੋ ਜਾਂ ਤੁਹਾਨੂੰ ਟ੍ਰੇਨ ਹੀ ਨਹੀਂ ਮਿਲ ਰਹੀ, ਜਿਵੇਂ ਪਿੰਡ ਤੋਂ ਤੁਸੀਂ ਚੱਲੇ ਨਾ, ਟ੍ਰੇਨ ਹੀ ਨਹੀਂ ਤੁਹਾਨੂੰ ਮਿਲੀ ਜਾਂ ਟਿਕਟ ਨਹੀਂ ਮਿਲੀ ਜਾਂ ਟ੍ਰੇਨ ਆਈ ਨਹੀਂ, ਉਹ ਦਿਨ ਤਾਂ ਆਪਾਂ ਵਿੱਚ ਲਾ ਹੀ ਨਹੀਂ ਰਹੇ। ਆਪਾਂ ਸਿਰਫ ਕਾਊਂਟ ਕਰ ਰਹੇ ਹਾਂ ਉਹ ਚੀਜ਼ ਜਦੋਂ ਤੁਸੀਂ ਸ਼ੁਰੂ ਹੋ ਕੇ ਆਪਣੇ ਕਲਕੱਤੇ ਪਹੁੰਚ ਗਏ। ਕਲਕੱਤੇ ਤੋਂ ਬਾਅਦ ਦੇ ਦਿਨ ਆਪਾਂ ਕਾਊਂਟ ਕਰ ਰਹੇ ਹਾਂ ਇਹ ਜੀ। ਕਲਕੱਤੇ ਵੀ ਜਾ ਕੇ ਤੁਸੀਂ ਕਈ ਵਾਰ ਬੈਠੇ ਰਹਿਣਾ ਮਹੀਨਿਆਂ ਬੱਧੀ। ਫਿਰ ਸਮੁੰਦਰ ਦਾ ਸਫ਼ਰ ਕਿਵੇਂ ਹੋਣਾ? ਪਹਿਲਾਂ ਤਾਂ ਦੇਖੋ ਤੁਹਾਨੂੰ ਸਮਾਨ ਤੁਹਾਡਾ ਬੰਨਣਾ ਪੈਂਦਾ ਆਪਦਾ, ਵੀ ਜਿੰਨੇ ਦਿਨ ਦੇ ਵਿੱਚ ਤੁਹਾਨੂੰ ਫੂਡ ਵਗੈਰਾ ਆਪਦਾ ਉਦਾਂ ਹੀ ਫੂਡ ਜਿਹੜਾ ਵੀ ਤੁਹਾਡਾ ਇੰਨੇ ਦਿਨ ਚੱਲ ਸਕੇ। ਅੱਛਾ, ਫੂਡ ਮਨਪ੍ਰੀਤ ਸੌਰੀ ਜੇ ਤੁਸੀਂ ਸਰਚ ਕੀਤੀ ਹੈ ਕਿ ਫੂਡ ਤੁਸੀਂ ਆਪਣਾ ਆਪ ਲੈ ਕੇ ਜਾਂਦੇ ਸੀ, ਮਤਲਬ ਜਿਹੜਾ ਰਸਤੇ ਵਾਲਾ, ਕਿ ਪਲੇਨ ਦੇ ਵਿੱਚ ਵੀ ਤੁਹਾਨੂੰ ਕੁਝ ਲੈ ਕੇ ਜਾਣਾ ਪੈਂਦਾ ਸੀ ਨਾਲ ਆਪਣਾ ਜਿਹੜਾ ਜਹਾਜ਼ ਸੀ? ਸਾਰਾ ਕੁਝ ਹੀ ਹੁੰਦਾ ਸੀ ਸੰਦੀਪ ਜੀ, ਚੁੱਲ੍ਹੇ ਵਗੈਰਾ ਸਾਰਾ ਕੁਝ ਵਿੱਚ ਹੀ ਹੁੰਦਾ ਸੀਗਾ ਜੀ। ਉਵੇਂ ਆਪਣਾ ਖਾਣਾ ਬਣਦਾ ਸੀਗਾ, ਜਿਵੇਂ ਆਪਣਾ ਆਮ ਖਾਣਾ ਬਣਦਾ ਨਾ, ਉਵੇਂ ਹੀ ਖਾਣਾ ਬਣਦਾ ਸੀ। ਪਰ ਕੋਈ ਈਜ਼ੀ ਨਹੀਂ ਸੀਗਾ। ਕਈ ਵਾਰ ਦੇਖੋ ਜਿਹੜਾ ਸਮੁੰਦਰੀ ਜਹਾਜ਼ ਦੇ ਵਿੱਚ ਜੇ ਕਿਸੇ ਨੇ ਸਫ਼ਰ ਕਰਿਆ ਜਾਂ ਆਪਾਂ ਜੇ ਕਿਸੇ ਬੰਦੇ ਨੇ ਵੀ ਸਮੁੰਦਰ ਦੇਖਦੇ ਆ, ਆਪਾਂ ਕਈ ਵਾਰ ਆਪਾਂ ਮੂਵੀਜ਼ ਦੇ ਵਿੱਚ ਦੇਖਦੇ ਆ ਜਾਂ ਫਿਲਮਾਂ ਦੇ ਵਿੱਚ ਦੇਖਦੇ ਆ, ਸਮੁੰਦਰ ਦੇ ਵਿੱਚ ਕਈ ਵਾਰ ਘਟਾਵਾਂ ਇੰਨੀਆਂ ਚੜੀਆਂ ਹੁੰਦੀਆਂ ਨੇ, ਇੰਨੀਆਂ ਆਪਣੇ ਜਿਵੇਂ ਕਹਿੰਦੇ ਆ ਕਿ 20 ਤੋਂ 30 ਫੁੱਟ ਦੀਆਂ ਕਈ ਵਾਰ ਨਾ ਲਹਿਰਾਂ ਆਉਂਦੀਆਂ ਨੇ ਜੀ। ਔਰ ਕੋਈ ਆਸਾਨ ਨਹੀਂਗਾ ਸਮੁੰਦਰੀ ਸਫ਼ਰ, ਬਹੁਤ ਔਖਾ ਹੈ। ਕਿਉਂਕਿ ਕਦੇ ਵੀ ਕਈ ਵਾਰ ਐਮਰਜੈਂਸੀ ਵਾਲੇ ਹਾਲਾਤ ਪੈ ਸਕਦੇ ਆ ਜਾਂ ਮੀਂਹ ਝੱਖੜ ਆਮ ਆ ਜਾਂਦਾ। ਜਿਵੇਂ ਆਪਾਂ ਕਹਿੰਦੇ ਆ ਨਾ ਅੱਜ ਕੱਲ ਹੁਣ ਕਈ ਵਾਰ ਆਪਾਂ ਸੁਣਦੇ ਆ ਵੀ ਜੀ ਸੁਨਾਮੀ ਆ ਰਹੀ ਹੈ, ਇਹ ਆ ਰਿਹਾ, ਉਹ ਆ ਰਿਹਾ, ਉਸ ਟਾਈਮ ਵੀ ਆਉਂਦੀ। ਬਿਲਕੁਲ ਕਈ ਇਸ ਤਰ੍ਹਾਂ ਦੇ ਵੀ ਜਹਾਜ਼ ਸੀਗੇ ਜਿਹੜੇ ਨਹੀਂ ਲੱਭੇ, ਬਿਲਕੁਲ ਉਹ ਹਜੇ ਵੀ ਨਹੀਂ ਲੱਭ ਰਹੇ। ਤੇ ਤਾਂ ਕਰਕੇ ਉਹ ਡਰ ਵੀ ਸੁਭਾਵਿਕ ਸੀਗਾ। ਪਰ ਕਈ ਵਾਰ ਇਹ ਹੁੰਦਾ ਸੀ ਜਿਵੇਂ ਹੁਣ ਆਪਾਂ ਸਾਰਾ ਆਪਣਾ ਸਮਾਨ, ਕਿਉਂਕਿ ਜਦੋਂ ਹੁਣ ਤੁਹਾਡੀ ਇੰਨੀ ਲੰਮੀ ਯਾਤਰਾ ਆਪਾਂ ਦੋ ਟੀਚੀ ਬੰਨ ਕੇ ਲੈ ਕੇ ਆਉਂਦੇ ਆ ਉਰੇ, ਜਦੋਂ ਉਰੇ ਆਉਣੇ ਆ ਜੀ, ਆਪਣੇ ਸਿਰਫ ਆਪਾਂ ਇੱਥੇ ਤੱਕ ਪਹੁੰਚਣਾ ਹੁੰਦਾ। ਜਦੋਂ ਹੁਣ ਜਿਹੜੇ ਬੰਦਿਆਂ ਨੂੰ ਪਤਾ ਹੈਗਾ ਵੀ ਅਸੀਂ 60-70 ਦਿਨ ਲਾਉਣੇ ਆ, ਉਹਨਾਂ ਕੋਲ ਸਮਾਨ ਕਈ ਵਾਰ ਇੰਨੇ ਝਟਕੇ ਹੋਣੇ ਸੰਦੀਪ ਜੀ, ਐਡਾ ਸਮੁੰਦਰੀ ਜਹਾਜ਼ ਦੇ ਵਿੱਚ ਇੰਨੇ ਤੁਹਾਨੂੰ ਝਟਕੇ ਲੱਗਣੇ ਕਿ ਤੁਹਾਡਾ ਇੱਧਰਲਾ ਸਮਾਨ ਉਧਰਲੇ ਪਾਸੇ, ਉਧਰਲਾ ਸਮਾਨ ਇੱਧਰਲੇ ਪਾਸੇ ਆ ਜਾਣਾ। ਔਰ ਮਤਲਬ ਸੇਫਟੀ ਦਾ ਵੀ ਇੰਨਾ ਸਾਧਨ ਨਹੀਂ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਜੀ। ਸੋ ਹਾਲਾਤ ਕਾਫੀ ਅਸਧਾਰਨ ਸੀ। ਕਾਫੀ ਜਦੋਜਹਿਦ ਕਰਕੇ ਇੱਥੇ ਤੱਕ ਜਿਹੜੇ ਬੰਦੇ ਉਹ ਪਹੁੰਚੇ। ਔਰ ਬਾਕੀ ਜੇ ਆਪਾਂ ਕਹੀਏ ਕਿ ਉਰੇ ਪਹੁੰਚਣ ਦਾ ਕਿਵੇਂ ਸੀਗਾ, ਬੰਦੇ ਕਿਵੇਂ ਪਹੁੰਚਦੇ ਸੀਗੇ, ਜਾਂ ਹੁਣ ਜੇ ਗਾਹਾਂ ਆਪਾਂ ਗੱਲ ਕਰ ਲਈਏ ਜਿਵੇਂ ਹੁਣ ਬਾਅਦ ਚੋਂ ਮਨਪ੍ਰੀਤ, ਹਜੇ ਮੈਨੂੰ ਇੱਥੇ ਮੇਰੇ ਮਨ 'ਚ ਇੱਕ ਦਾ ਸਵਾਲ ਹੋਰ ਆ ਰਿਹਾ। ਇੱਕ ਤਾਂ ਇਹ ਰਸਤਾ ਜਿਹੜਾ ਤੁਸੀਂ ਦੱਸਿਆ ਕਿ ਹਾਂਗਕਾਂਗ ਦੇ ਵਿੱਚ ਜੀ ਜ਼ਿਆਦਾਤਰ ਮਤਲਬ ਕਲਕੱਤੇ ਤੋਂ ਹਾਂਗਕਾਂਗ, ਉਹ ਸਾਰਾ ਰਸਤਾ ਕਿਵੇਂ ਮਤਲਬ ਤੈਅ ਕਰਨਾ? ਇਸ ਤੋਂ ਸਿਵਾਏ ਕੋਈ ਹੋਰ ਰਸਤਾ ਵੀ ਸੀ ਜਾਂ ਜ਼ਿਆਦਾਤਰ ਇਹੀ ਸੀ, ਜਾਂ ਕੋਈ ਮਤਲਬ ਇਦਾਂ ਦਾ?
ਐਕਚੁਅਲੀ ਪਤਾ ਕੀ ਸੀਗਾ ਸੰਦੀਪ ਜੀ, ਜਿਹੜੇ ਜ਼ਿਆਦਾ ਜਿਹੜੇ ਆਪਣੇ ਰਾਸਤਾ ਸੀਗਾ, ਕਿਉਂਕਿ ਬ੍ਰਿਟਿਸ਼ ਦੀਆਂ ਕਲੋਨੀਆਂ ਸੀਗੀਆਂ। ਇੰਡੀਆ ਦੇ ਵਿੱਚ ਵੀ ਬ੍ਰਿਟਿਸ਼ ਰਾਜ ਸੀਗਾ ਉਸ ਟਾਈਮ, ਹਾਂਗਕਾਂਗ ਦੇ ਵਿੱਚ ਵੀ ਬ੍ਰਿਟਿਸ਼ ਰਾਜ ਸੀ ਜੀ। ਸੋ ਆਮ ਵਿੱਚ ਜਿਵੇਂ ਹੁਣ ਆਪਣੇ ਹੁੰਦਾ ਨਾ, ਬੱਸਾਂ ਉਸੇ ਰੂਟ ਚੱਲਦੀਆਂ ਨੇ ਜਿਸ ਰੂਟ ਸਵਾਰੀ ਮਿਲਦੀ ਹੈ ਜੀ। ਸੋ ਸਵਾਰੀ ਉੱਥੇ ਨਹੀਂ ਮਿਲਦੀ ਸੀਗੀ। ਓਕੇ, ਸੋ ਮੀਨਜ਼ ਕਿ ਜਿਹੜਾ ਕੈਨੇਡਾ ਲਈ ਸੀਗਾ ਉਹ ਜ਼ਿਆਦਾਤਰ ਇਹੀ ਸੀਗਾ ਕਿ ਆਪਣੇ ਕਲਕੱਤਾ ਤੋਂ ਹਾਂਗਕਾਂਗ, ਹਾਂਗਕਾਂਗ ਤੋਂ ਟੋਰਾਂਟੋ। ਬਿਲਕੁਲ, ਜਿਹੜਾ ਕਾਮਾਗਾਟਾ ਮਾਰੂ ਵੀ ਆਇਆ ਸੀਗਾ ਜਹਾਜ਼ ਉਰੇ, ਉਹ ਵੀ ਤਾਂ ਹਾਂਗਕਾਂਗ ਤੋਂ ਆਇਆ ਸੀ। ਓਕੇ, ਸੋ ਉਸ ਟਾਈਮ ਇੱਕੋ ਹੀ ਰਾਸਤਾ ਸੀਗਾ ਜਿਹਦੇ ਵਿੱਚ ਆਉਂਦੇ ਸੀਗੇ। ਇਹਦੇ ਵਿੱਚ ਕਈ ਸਟੀਮਲਾਈਨ ਸ਼ਿਪ ਨੇ ਜਿਹੜੀਆਂ ਉਸ ਟਾਈਮ ਕੰਮ ਕਰਦੇ ਸੀ। BA ਲਾਈਨ, ਡਾਲਰ ਲਾਈਨ, ਜਾਰਡ ਲਾਈਨ, ਮਕੰਜੀ ਲਾਈਨ, ਇਸ ਤਰ੍ਹਾਂ ਦੇ ਮਤਲਬ ਸਟੀਮਲਾਈਨ ਸ਼ਿਪ ਸੀਗੀਆਂ ਜਿਹੜੇ ਜਹਾਜ਼ ਚੱਲਦੇ ਹੁੰਦੇ ਸੀ। ਠੀਕ ਹੈ, ਇਹ ਲਾਈਨ ਸੀਗੀਆਂ। ਬਾਕੀ ਜਿਵੇਂ ਉਸ ਟਾਈਮ ਜਿਵੇਂ ਆਪਾਂ ਕਹਿੰਦੇ ਨਾ ਡਾਇਰੈਕਸ਼ਨ ਜਾਂ ਪ੍ਰਬੰਧ ਕੌਣ ਕਰਦਾ ਸੀਗਾ, ਇਹਦੇ ਵਿੱਚ ਜ਼ਿਆਦਾ ਟਾਈਮ ਦਾ ਵੀ ਸੀਗਾ ਸੰਦੀਪ ਜੀ, ਵੀ ਕਿਹੜੇ ਟਾਈਮ ਦੇ ਵਿੱਚ ਉਹ ਲੋਕ ਉੱਥੋਂ ਆਉਂਦੇ ਸੀ। ਉਹ ਜਨਵਰੀ ਫਰਵਰੀ ਦੇ ਵਿੱਚ ਤੁਰਦੇ ਸੀ ਉੱਥੋਂ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਠੰਡ ਦੇ ਮੌਸਮ ਹੁੰਦਾ ਜਾਂ ਬਰਫ਼ ਦਾ ਮੌਸਮ ਹੁੰਦਾ, ਜਿਹੜਾ ਉਹ ਹੁੰਦਾ ਅਕਤੂਬਰ ਤੋਂ ਲੈ ਕੇ ਜਨਵਰੀ ਫਰਵਰੀ ਤੱਕ। ਉਹ ਮਾਰਚ ਦੇ ਵਿੱਚ ਤਕਰੀਬਨ ਉਹਨਾਂ ਦਾ ਪਹੁੰਚ ਹੁੰਦੀ ਸੀ ਵੀ ਅਸੀਂ ਮਾਰਚ ਦੇ ਵਿੱਚ ਆ ਜਾਈਏ, ਪਹੁੰਚ ਜਾਈਏ ਇੱਥੇ। ਮਾਰਚ ਤੋਂ ਬਾਅਦ ਤੁਹਾਨੂੰ ਪਤਾ ਕਿ ਬ੍ਰਿਟਿਸ਼ ਕੋਲੰਬੀਆ ਦਾ ਮੌਸਮ ਜਿਹੜਾ ਹੁੰਦਾ ਉਹ ਸੁਹਾਵਣਾ ਹੀ ਹੁੰਦਾ। ਆਮ ਕਈ ਬੰਦੇ ਇਸ ਤਰ੍ਹਾਂ ਵੀ ਆਉਂਦੇ ਸੀਗੇ ਵੀ ਉਹ ਆਪਣੇ ਜਨਵਰੀ ਫਰਵਰੀ ਦੇ ਵਿੱਚ ਤੁਰ ਕੇ ਮਾਰਚ ਅਪ੍ਰੈਲ ਦੇ ਵਿੱਚ ਇੱਥੇ ਪਹੁੰਚ ਜਾਣਾ ਤੇ ਅਕਤੂਬਰ ਦੇ ਵਿੱਚ ਉਹ ਵਾਪਸੀ ਕਰ ਲੈਂਦੇ ਸੀ। ਓਕੇ, ਸੋ ਮੀਨ ਜੀ ਜਿਵੇਂ ਸੀਜ਼ਨ ਲਾਉਣ ਉਹਨੇ ਮਤਲਬ ਇਹਦਾ ਮਤਲਬ ਮਨਪ੍ਰੀਤ ਸੀਜ਼ਨ ਲਾਉਣ ਲਈ ਲੋਕ ਮਤਲਬ ਇਦਾਂ ਦਾ ਵੀ ਸੀਗਾ ਮਾਹੌਲ? ਬਹੁਤ ਜ਼ਿਆਦਾ ਬੰਦੇ ਨਹੀਂ, ਘੱਟ ਬੰਦੇ ਇਦਾਂ ਕਰਦੇ ਸੀ। ਓਕੇ, ਉਹਨਾਂ ਬੰਦਿਆਂ ਨੇ ਫਿਰ ਇਹ ਕਿੱਤੇ ਸ਼ੁਰੂ ਕੀਤੇ, ਜਿਹੜੇ ਬੰਦੇ ਐਂ ਕਰਦੇ ਸੀ ਜਿਨ੍ਹਾਂ ਨੂੰ ਐਕਸਪੀਰੀਅੰਸ ਹੋ ਗਿਆ ਨਾ, ਫਿਰ ਉਹਨਾਂ ਦੇ ਬੰਦੇ ਲਿਆਉਣੇ ਸ਼ੁਰੂ ਕੀਤੇ। ਓਕੇ, ਮੈਂ ਤਾਂ ਸੋਚਦਾ ਕਿ ਫਿਰ ਤੁਹਾਡੇ ਕਾਰੋਬਾਰ ਨਾਲ ਸੰਬੰਧਿਤ ਏਜੰਟ ਜਿਹੜੇ ਸ਼ਬਦ ਹੈ ਫਿਰ ਬਾਅਦ ਚ ਆਏ। ਫਿਰ ਉਹ ਕਹਿੰਦੇ ਸੀਗੇ ਵੀ ਅਸੀਂ ਇੰਨੇ ਲੱਖ ਲਵਾਂਗੇ ਜੀ, ਤੁਹਾਡਾ ਕੈਨੇਡਾ ਦਾ ਵੀਜ਼ਾ ਪੱਕਾ। ਲੱਖ ਨਹੀਂ ਮਨਪ੍ਰੀਤ, ਪਹੁੰਚਦਾ ਕਰ ਦਿੰਦੇ ਆ ਮਨਪ੍ਰੀਤ, ਲੱਖ ਨਹੀਂ, ਉਦੋਂ ਰੁਪਈਆਂ 'ਚ ਗੱਲ ਕਰਦੇ ਹੋਣੇ ਆ। 5,000 ਰੁਪਈਆ, ਕਿਉਂਕਿ ਮੈਂ ਤਾਂ ਉਦੋਂ ਉਸ ਟਾਈਮ ਵੈਲਿਊ ਬਹੁਤ ਜ਼ਿਆਦਾ ਸੀਗੀ ਰੁਪਈਏ ਦੀ, ਹੈ ਨਾ। ਹੁਣ ਤਾਂ ਮਤਲਬ ਉਦੋਂ ਜਦੋਂ ਪੁਰਾਣੀਆਂ ਗੱਲਾਂ 1920 ਦੀ ਗੱਲਬਾਤ ਕਰੋ, ਮੈਨੂੰ ਤਾਂ ਲੱਗਦਾ ਹਜ਼ਾਰਾਂ ਦੇ ਵਿੱਚ ਹੀ ਹੋਣੇ ਆ, ਕੁਛ ਹਜ਼ਾਰ ਹੀ ਹੋਣੇ ਆ, ਹੈ ਨਾ। ਹੋ ਸਕਦਾ ਲੈਸ ਦੈਨ 1000 ਵੀ ਹੋਵੇ, ਹੈ ਨਾ। ਸੋ ਪਹਿਲਾਂ ਪਹਿਲ ਤਾਂ ਹੀ ਸੰਦੀਪ ਜੀ, ਪਹਿਲਾਂ ਪਹਿਲ ਪੈਸੇ ਲੈਣ ਦਾ ਪ੍ਰਚਲਨ ਬਾਅਦ ਚ ਹੋਇਆ ਜਦੋਂ ਡਿਮਾਂਡ ਵੱਧ ਗਈ। ਪਹਿਲਾਂ ਤਾਂ ਇਹੀ ਸੀਗਾ ਵੀ ਚੱਲ ਯਾਰ ਮੈਨੂੰ ਵੀ ਲੈ ਚੱਲ ਨਾਲ, ਜੇ ਹੁਣ ਕਿਸੇ ਨੇ ਜਾਣਾ ਉਹਨੇ ਕਹਿਣਾ ਠੀਕ ਆ ਭਾਈ ਤੂੰ ਸਮਾਨ ਆਹ ਪਾ ਲਾ, ਆਹ ਚੀਜ਼ਾਂ ਆਪਾਂ ਨੂੰ ਲੋੜ ਪੈਣੀ ਆ, ਇੰਨਾ ਕੁ ਖਰਚਾ ਆਉਣਾ ਤੇ ਇਹ ਹਿਸਾਬ ਨਾਲ ਕਈਆਂ ਨੇ ਉਹ ਟਾਈਮ ਦੇ ਵਿੱਚ ਤਾਂ, ਜੇ ਆਪਾਂ ਟਾਈਮ ਦੀ ਗੱਲ ਕਰੀਏ, ਉਹ ਟਾਈਮ ਦੇ ਵਿੱਚ ਸੰਦੀਪ ਨੇ ਮਨਪ੍ਰੀਤ ਦਾ ਖਰਚਾ ਚੱਕਿਆ ਵੀ ਚੱਲ ਤੂੰ ਮੈਨੂੰ ਉੱਥੇ ਜਾ ਕੇ ਦੇ ਦੇ। ਬਿਲਕੁਲ, ਜਦ ਇਹ ਚੀਜ਼ਾਂ ਨਹੀਂ ਸੀ, ਜਦ ਮਨਾਂ ਦੇ ਵਿੱਚ ਇੰਨਾ ਲਾਲਚ ਨਹੀਂ ਸੀ। ਇਹ ਲਾਲਚ ਦਾ ਉਤਪਨ ਬਾਅਦ ਦੇ ਵਿੱਚ ਹੋਇਆ ਜਦੋਂ ਡਿਮਾਂਡ ਵੱਧ ਗਈ। ਉਦੋਂ ਲੋਕ ਜਾਂ ਤਾਂ ਮਤਲਬ ਇੱਕ ਤਰ੍ਹਾਂ ਨਾਲ ਸਮਾਜ ਸੇਵਾ ਹੀ ਕਰਦੇ ਸੀ ਲੋਕ, ਇੱਕ ਦੂਜੇ ਲਈ ਵੀ ਆਪਾਂ ਯਾਰ ਆਪਣਾ ਭਾਈ ਆ, ਚਲੋ ਕੋਈ ਵੀ ਮੇਰਾ ਯਾਰ ਦੋਸਤ ਆ, ਜਾਂ ਆਪਣੇ ਸਾਖ ਸੰਬੰਧੀ ਆ, ਰਿਸ਼ਤੇਦਾਰ ਆ, ਵੀ ਚਲੋ ਮੇਰਾ ਕੰਮ ਵਧੀਆ ਹੋ ਗਿਆ, ਇਹਨਾਂ ਦਾ ਵੀ ਵਧੀਆ ਹੋ ਜਾਵੇ। ਮਨਪ੍ਰੀਤ ਜ਼ਿਆਦਾ ਇਸ ਤਰ੍ਹਾਂ ਸ਼ੁਰੂਆਤ ਹੋਈ। ਬਿਲਕੁਲ ਮਨਪ੍ਰੀਤ, ਬਹੁਤ ਸੱਚੀ। ਮੈਂ ਕਈਆਂ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਕਿ ਦੇਖੋ ਤਰੱਕੀ ਹੋਣੀ ਬਹੁਤ ਚੰਗੀ ਗੱਲ ਆ, ਕਿੰਨੀ ਮਤਲਬ ਤਰੱਕੀ ਹੋ ਗਈ, ਹੈ ਨਾ। ਚੰਦ ਤੇ ਚਲੇ ਗਏ, ਕਿੰਨਾ ਕੁਛ ਮਿਲ ਗਿਆ। ਫੋਨ ਤੇ ਜਿਹੜੀਆਂ ਗੱਲਾਂ ਸੁਣਦੇ ਸੀ, ਹੁਣ ਤੁਸੀਂ ਇੱਥੇ ਬੈਠੇ ਹੋ, ਲਾਈਵ ਸ਼ੋਅ ਚੱਲ ਰਿਹਾ, ਕਿੰਨੀ ਟੈਕਨੋਲੋਜੀ ਆ ਗਈ, ਹੈ ਨਾ। ਪਰ ਇਹਦੇ ਨਾਲ ਜਿਹੜੇ ਮਨਪ੍ਰੀਤ ਸੱਚੀ ਉਹ ਸਮੇਂ ਦੇ ਲੋਕਾਂ ਦੀਆਂ ਜੋ ਗੱਲਾਂ ਸੁਣੀ ਦੀਆਂ ਨਾ, ਕਿਸ ਤਰ੍ਹਾਂ ਮਤਲਬ ਪੱਗ ਵਟਾ ਲੈਣੀ, ਹੈ ਨਾ, ਕਿੰਨੀਆਂ ਸਟੋਰੀਆਂ ਹੈਗੀਆਂ ਕਿ ਇੱਕ ਨਾ ਜਿਹੜਾ ਪੈਸਾ ਹੈ, ਠੀਕ ਹੈ, ਹਰ ਬੰਦਾ ਸ਼ੁਰੂ ਤੋਂ ਹੀ ਲਾਲਚ ਰਿਹਾ, ਉਹ ਮਤਲਬ ਆਮ ਲੋਕ ਹੋਇਆ ਉਹਨੂੰ ਕਮਾਉਣ ਦਾ ਰਹੀ ਹੈ, ਤੇ ਜਾਂ ਉਹ ਲੋਕ ਜਿਨ੍ਹਾਂ ਕੋਲੇ ਮੈਨੂੰ ਲੱਗਦਾ ਇੰਨਾ ਕੁ ਰੁਪਈਆ ਹੈ ਜਾਂ ਸੀ ਮਤਲਬ ਉਹਨਾਂ ਸਮਿਆਂ ਦੇ ਵਿੱਚ, ਤੇ ਉਹ ਮਤਲਬ ਕਹਿੰਦੇ ਹੁੰਦੇ ਸੀ 7 ਪੀੜ੍ਹੀਆਂ ਵੀ ਮਤਲਬ ਬੈਠ ਕੇ ਖਾਈ ਜਾਣ ਤੇ ਉਹ ਮੁੱਕਣਾ ਨਹੀਂ, ਜਿੰਨਾ ਮਰਜ਼ੀ ਕੰਮ ਨਾ ਕਰਨ, ਹੈ ਨਾ। ਉਹਨਾਂ ਨੂੰ ਵੀ ਹਮੇਸ਼ਾ ਲਾਲਚ ਰਿਹਾ ਤੇ ਅੱਜ ਵੀ ਲਾਲਚ ਹੈ, ਇਹ ਵੱਧਦਾ ਰਿਹਾ। ਪਰ ਫਿਰ ਵੀ ਜਿਹੜਾ ਉਹ ਸਮਾਂ ਸੀ ਨਾ ਮਨਪ੍ਰੀਤ, ਜਿਹੜੀਆਂ ਕਹਾਣੀਆਂ ਸੁਣਦੇ ਆ ਜਿਵੇਂ ਆਪਾਂ ਅੱਜ ਕਰ ਰਹੇ ਹਾਂ, ਹੈ ਨਾ, ਲੋਕ ਖੜਦੇ ਸੀਗੇ, ਲੋਕਾਂ 'ਚ ਜਜ਼ਬਾਤ ਸੀ, ਲੋਕਾਂ 'ਚ ਪਿਆਰ ਸੀ, ਲੋਕਾਂ 'ਚ ਸਤਿਕਾਰ ਸੀ ਕੁਛ ਕਰਨ ਦਾ, ਹੈ ਨਾ। ਮਤਲਬ ਲਾਲਚ ਸੀ ਪਰ ਇੰਨਾ ਨਹੀਂ ਸੀਗਾ ਆਮ ਲੋਕਾਂ 'ਚ। ਉਦੋਂ ਗਿਣਤੀ ਜਿਹੜੀ ਘੱਟ ਸੀ ਲੋਕਾਂ ਦੀ ਕਿ ਮਤਲਬ ਕਿਸੇ ਨੂੰ ਨੱਪੋ ਤੇ ਅੱਗੇ ਵਧੋ, ਨੱਪੋ ਅੱਗੇ ਵਧੋ, ਇਹ ਸਿਲਸਿਲਾ ਚੱਲਦਾ ਰਹਿੰਦਾ। ਪਰ ਹੁਣ ਜਿਹੜੀ ਇਹ ਰੇਸ਼ੋ ਆ ਨਾ, ਹੁਣ ਨੱਪਣ ਵਾਲੀ ਤੇ ਦੂਸਰੀ ਮਨਪ੍ਰੀਤ ਜ਼ਿਆਦਾ ਉੱਪਰ ਚਲੀ ਗਈ ਆ। ਬਿਲਕੁਲ ਬਿਲਕੁਲ, ਇਹੀ ਦੇਖੋ
ਜਿਵੇਂ ਜਿਵੇਂ ਸੰਦੀਪ ਆਪਾਂ ਨੇ ਤਰੱਕੀ ਕੀਤੀ ਆ ਸੰਦੀਪ ਜੀ, ਉਸੇ ਤਰ੍ਹਾਂ ਆਪਣੇ ਜਿਹੜੇ ਕਿਰਦਾਰ ਹੈਗੇ ਉਹਨਾਂ ਦੇ ਵਿੱਚ ਨਿਘਾਰ ਵੀ ਆਇਆ ਜੀ। ਪਰ ਆਪਾਂ ਜਿਹੜੀ ਆਹ ਗੱਲ ਕਰ ਰਹੇ ਹਾਂ ਵੀ ਜਦੋਂ ਪਹਿਲਾਂ ਉਹ ਕੋਈ ਪੈਸੇ ਨਹੀਂ ਲੈਂਦੇ ਸੀਗੇ, ਉਹ ਸਿਰਫ ਇਹੀ ਕਰਦੇ ਸੀਗੇ ਵੀ ਚਲੋ ਆਪਣਾ ਕੋਈ ਵੀ ਸਾਡਾ ਬੰਦਾ ਹੈਗਾ ਜਾਂ ਕੋਈ ਵੀ ਏਦਾਂ ਹੈਗਾ ਵੀ ਇਹਨਾਂ ਦੀ ਵੀ ਤਰੱਕੀ ਹੋ ਜਾਵੇ ਸਾਡੇ ਦੇ ਨਾਲ ਹੀ ਜੀ। ਬਾਕੀ ਇਹੀ ਹੈਗਾ। ਸ਼ਾਇਦ ਮੈਨੂੰ ਕੋਈ ਕਾਲ ਆ ਰਹੀ ਹੈ ਸੰਦੀਪ ਜੀ। ਬਿਲਕੁਲ ਮਨਪ੍ਰੀਤ, ਮੈਂ ਉਹੀ ਸੀਗਾ ਕਿ ਆਪਾਂ ਅੱਜ ਦਾ ਜਿਹੜਾ ਸਬਜੈਕਟ ਆ ਇਸ ਨੂੰ ਇੱਥੇ ਸੰਦੀਪ ਜੀ ਸੌਰੀ ਮੈਂ ਤੁਹਾਨੂੰ ਟੋਕ ਰਿਹਾ, ਜੇ ਸਾਨੂੰ ਕੋਈ ਕਾਲ ਕਰਨੀ ਹੁੰਦੀ ਹੈ ਲਾਈਵ ਸ਼ੋਅ ਦੇ ਵਿੱਚ, ਪਲੀਜ਼ ਇਸੇ ਸ਼ੋਅ ਦੇ ਦੌਰਾਨ ਨਾ ਤਾਂ ਮੈਨੂੰ ਕਾਲ ਕੀਤੀ ਜਾਵੇ ਪਲੀਜ਼। ਇਸ ਟਾਈਮ ਸਾਨੂੰ ਜਿਹੜਾ ਸਾਡਾ ਨੰਬਰ ਆ ਰਿਹਾ ਆਲਰੇਡੀ 905 673 9700, ਪਲੀਜ਼ ਇਸ ਤੇ ਕਾਲ ਕਰਕੇ ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈਗੀ ਹੈ, ਕਿਉਂਕਿ ਸਾਡੀ ਜਾਣਕਾਰੀ ਇਨਫ ਨਹੀਂ ਹੋ ਸਕਦੀ, ਹੋ ਸਕਦਾ ਕਿ ਤੁਹਾਨੂੰ ਇਸ ਤੋਂ ਵੱਧ ਵੀ ਪਤਾ ਹੋਵੇ, ਹੋ ਸਕਦਾ ਤੇ ਤੁਹਾਡੇ ਕੋਈ ਬਜ਼ੁਰਗ ਗ੍ਰੈਂਡਫਾਦਰ ਕੋਈ ਇਸ ਟਾਈਮ ਦੇ ਵਿੱਚ ਜਾਂ ਇਸ ਤਰ੍ਹਾਂ ਆਪਣੇ ਆਏ ਹੋਣ ਜਿਹੜੀ ਚੀਜ਼ ਆਪਾਂ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚ ਵਧੀਆ ਹੁੰਦਾ ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈਗੀ ਆ, ਤੁਸੀਂ ਇੱਥੇ ਆ ਕੇ ਸਕਰੀਨ ਤੇ ਸ਼ੇਅਰ ਕਰੋ, ਸਾਡੇ ਨਾਲ ਸ਼ੇਅਰ ਕਰੋ, ਔਰ ਸਾਰਿਆਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਅੱਜ ਕੱਲ ਤੇ ਆਪਾਂ ਉਹਦੀ ਤੁਲਨਾ ਕਰਦੇ ਹਾਂ ਕਿਸ ਤਰ੍ਹਾਂ ਦੇ ਸਾਡੀਆਂ ਜਿਹੜੀਆਂ ਇਹ ਕਹਿੰਦੇ ਨਾ ਆਪਾਂ ਬਾਰ-ਬਾਰ ਕਹਿੰਦੇ ਆ ਸੰਦੀਪ ਜੀ ਇੱਕ ਗੱਲ, ਇਹ ਪੈਣਾ ਪਾਉਣ ਵਾਲੀ ਗੱਲ, ਪੈਣਾ ਕਿਵੇਂ ਪਈਆਂ, ਰਾਹ ਕਿਵੇਂ ਬਣੇ, ਇਹ ਸੌਖਾ ਨਹੀਂ। ਮਤਲਬ ਇੱਥੇ ਤੱਕ ਬੰਦੇ ਆਏ, ਕਿੰਨੀਆਂ ਮੁਸੀਬਤਾਂ ਝੱਲ ਕੇ ਇੱਥੇ ਪਹੁੰਚਣਾ। ਕਈ ਵਾਰ ਇਹ ਵੀ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਟੇ ਦੇ ਵਿੱਚ ਪਾਣੀ ਪੈ ਗਿਆ ਹੋਵੇ, ਪਕਾਉਣ ਨੂੰ ਨਾ ਹੋਵੇ, ਭੁੱਖੇ ਰਹੇ ਹੋਣ, ਜਾਂ ਰੋਟੀ ਬਣਾਉਣ ਦਾ ਟਾਈਮ ਹੋਵੇ, ਉਧਰੋਂ ਲਹਿਰਾਂ ਚੜ ਕੇ ਪਾਣੀ ਉੱਪਰ ਡਿੱਗ ਰਿਹਾ ਜਹਾਜ਼ ਦੇ ਵਿੱਚ। ਕਿੰਨਾ ਕੁਝ ਜੇ ਤੁਸੀਂ ਸੋਚ ਸਕਦੇ ਹੋ ਸੰਦੀਪ ਜੀ, ਆਪਾਂ ਸੋਚ ਨਹੀਂ ਸਕਦੇ ਵੀ ਕਿੰਨੀਆਂ ਔਕੜਾਂ ਤੇ ਮੁਸੀਬਤਾਂ ਉਹਨਾਂ ਦੀ ਹੋਣਗੀਆਂ, ਔਰ ਫਿਰ ਵੀ ਉਹਨਾਂ ਦੇ ਧੰਨ ਜਿਗਰੇ ਆ ਵੀ ਜਿਹੜੇ 60-70 ਦਿਨ ਲਾ ਕੇ ਜਾਂ ਇੰਨਾ ਰਿਸਕ ਲੈ ਕੇ, ਕਿਉਂਕਿ ਸਮੁੰਦਰੀ ਜਹਾਜ਼ ਦੇ ਵਿੱਚ ਹੁਣ ਤਾਂ ਚਲੋ ਬਹੁਤ ਸੇਫਟੀ ਹੋ ਗਈਆਂ, ਉਸ ਟਾਈਮ ਦੇ ਵਿੱਚ ਸਮੁੰਦਰੀ ਜਹਾਜ਼ ਵੀ ਆਪਣੇ ਵਾਲੇ ਹੋਣ ਵਾਲੇ ਵਰਗੇ ਨਹੀਂ ਸੀਗੇ, ਇਹਨਾਂ ਦਾ ਤਾਂ ਸੇਫਟੀ ਸੀਗੀ। ਜਿਵੇਂ ਹੁਣ ਤੁਹਾਨੂੰ ਅੱਜ ਕੱਲ ਆਮ ਸੇਫਟੀ ਵੈਸਟ ਮਿਲ ਜਾਂਦੀਆਂ ਨੇ, ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ, ਜੁੱਤਾ ਇਹ ਵੀ ਚੀਜ਼ਾਂ ਨਹੀਂ ਸੀ। ਬਿਲਕੁਲ ਮਨਪ੍ਰੀਤ, ਇਹ ਸੀ ਜਾਨ ਤੇ ਖੇਡਣ ਵਾਲੀ ਗੱਲ ਸੀ ਜਿਹੜੇ ਇੱਥੇ ਤੱਕ ਪਹੁੰਚੇ। ਤਾਂ ਹੀ ਉਹ ਲੋਕ ਜਿਹੜੇ ਉੱਥੋਂ ਮੁੜ ਜਾਂਦੇ ਸੀ ਨਾ ਕਲਕੱਤੇ ਤੋਂ ਸਮੁੰਦਰੀ ਜਹਾਜ਼ ਦੇਖ ਕੇ, ਉਹਨਾਂ ਦਾ ਮੁੜਨਾ ਵੀ ਸੁਭਾਵਿਕ ਸੀ, ਕਿਉਂਕਿ ਜਦੋਂ ਗਾਹਾਂ ਆਪਾਂ ਦੇਖਦੇ ਹਾਂ ਕਈ ਵਾਰ ਕੋਈ ਵੀ ਬੰਦਾ ਹੈਗਾ, ਕੋਈ ਆਪਣੇ ਦੇ ਵਿੱਚ ਗਰੁੱਪ ਦੇ ਵਿੱਚੋਂ ਜਿਵੇਂ 5 ਜਾਣੇ ਆ, ਕਿਸੇ ਨੇ ਸਫ਼ਰ ਕਰਿਆ ਔਰ ਉਹ ਵਿੱਚ ਜਹਾਜ਼ ਦੇ ਵਿੱਚ ਡੁੱਬ ਗਿਆ, ਆਪਣੇ ਪੰਜਾਂ ਤੇ ਤਾਂ ਉਹਦਾ ਪ੍ਰਭਾਵ ਰਹੂਗਾ। ਬਿਲਕੁਲ ਮਨਪ੍ਰੀਤ, ਬਿਲਕੁਲ ਜਿਹੜੀ ਉਹ ਉਸ ਲਾਗੀ ਆ ਗਏ। ਮਨਪ੍ਰੀਤ, ਅੱਜ ਦਾ ਇਹ ਆਪਾਂ ਵਿਸ਼ਾ ਨਾ ਅੱਗੇ ਇਹਨੂੰ ਹੋਰ ਅੱਗੇ ਤੋਰਾਂਗੇ ਤੇ ਅੱਜ ਇੱਥੇ ਰੈਪ ਅਪ ਕਰਦੇ ਹਾਂ। ਪਰ ਬੜਾ ਚੰਗਾ ਜਿਹੜੀਆਂ ਇਹ ਇਤਿਹਾਸ ਹੁੰਦਾ ਨਾ ਮਨਪ੍ਰੀਤ, ਇੱਥੋਂ ਸਿੱਖ ਕੇ ਜਦੋਂ ਮੇਰੇ ਕੰਨਾਂ 'ਚ ਆਵਾਜ਼ ਜਾਂਦੀ ਆ ਜਾਂ ਤੁਹਾਡੇ ਜਾਂਦੀ ਆ ਜਾਂ ਆਪਾਂ ਹੋਰ ਗੱਲਾਂ ਕਿਸੇ ਤੋਂ ਸੁਣਦੇ ਹੋ, ਸਾਨੂੰ ਪਤਾ ਲੱਗਦਾ, ਸਾਨੂੰ ਕਈ ਵਾਰ ਪਤਾ ਲੱਗਦਾ। ਕੱਲ ਅਸੀਂ ਕਬੂਤਰਾਂ ਦਾ ਨਾ ਸ਼ੋਅ ਕੰਪੀਟੀਸ਼ਨ ਕਰਾਉਣੇ ਹੁੰਦੇ ਆ ਇੱਥੇ, ਉੱਥੇ ਮੈਨੂੰ ਇਨਸਾਨ ਮਿਲੇ ਹੈ ਨਾ, ਇੱਕ ਬਹੁਤ ਚੰਗਾ ਲੱਗਾ, ਉਹਨਾਂ ਨੇ ਗੱਲਾਂ ਸੁਣਾਈਆਂ ਕਿ ਮਤਲਬ ਜਿਹੜਾ ਅੱਜ ਦਾ ਆਪਣਾ ਵਿਸ਼ਾ ਨਾ ਇਹਦੇ ਨਾਲ ਰਿਲੇਟਡ ਗੱਲਾਂ ਬਹੁਤ ਸਾਰੀਆਂ ਦੱਸੀਆਂ ਹੈ ਨਾ, ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਸੀ ਕਿ ਮੇਰੇ ਮਤਲਬ ਮਾਮੇ ਦੇ ਮੁੰਡੇ, ਭੂਆ ਦੇ ਮੁੰਡੇ, ਜਿਹੜੇ ਮੇਰੇ ਨੇੜੇ ਕਲੋਜ਼ ਹੈਗੇ ਆ ਦੋਸਤ, ਉਹਨਾਂ ਨੂੰ ਮੈਂ ਇੱਥੇ ਬੁਲਾਵਾਂ, ਕਿਸ ਤਰ੍ਹਾਂ ਲੋਕਾਂ ਨੂੰ ਬੁਲਾਉਂਦੇ ਸੀ, ਕਿਸ ਤਰ੍ਹਾਂ ਪਿਆਰ ਕਰਦੇ ਸੀ, ਕਿਸ ਤਰ੍ਹਾਂ ਉਹਨਾਂ ਨੂੰ ਸਾਂਭਦੇ ਸੀਗੇ ਹੈ ਨਾ, ਉਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕੱਲ੍ਹ ਹੀ ਦੱਸੀਆਂ। ਅਤੇ ਮਨਪ੍ਰੀਤ ਨਾਲ ਦੀ ਨਾਲ ਹੀ ਮੈਨੂੰ ਉਹਨਾਂ ਨੇ ਇਹ ਦੱਸਿਆ, ਅਤੇ ਮੈਂ ਵੈਸੇ ਕੋਈ ਗੱਲ ਕੀਤੀ ਹੈ ਨਾ, ਅਤੇ ਮੈਨੂੰ ਕਹਿੰਦੇ ਵੀ ਹੁਣ ਅੱਜ ਦਾ ਜਿਹੜਾ ਸਮਾਂ ਸਾਰਾ ਕੁਛ ਕਰਨ ਤੋਂ ਬਾਅਦ ਹੈ ਨਾ, ਉਹਨਾਂ ਦੀ ਇੱਕ ਬਾਈਪਾਸ ਸਰਜਰੀ ਹੋਈ ਹੈ ਨਾ, ਅਤੇ ਉਸ ਤੋਂ ਕਹਿੰਦੇ ਬਹੁਤ ਚੀਜ਼ਾਂ 'ਚ ਇਹ ਲੱਗਣ ਲੱਗ ਗਿਆ ਕਿ ਇਹਦੇ ਨਾਲ ਪੈਰਲਰ ਇੱਕ ਜ਼ਿੰਦਗੀ ਵੀ ਜਿਉਣੀ ਆ, ਜਿਹੜੀ ਆਪਣੇ ਲਈ ਆ, ਆਪਣੇ ਲਈ ਵੀ ਜਿਉਣਾ ਜ਼ਰੂਰੀ ਆ ਹੈ ਨਾ। ਉਹਦੇ 'ਤੇ ਯਾਨੀ ਮੈਂ ਇਕੱਲਾ ਕਈ ਵਾਰ ਫਿਸ਼ਿੰਗ ਕਰਨ ਚਲਾ ਜਾਂਦਾ ਜਾਂ ਮੈਂ ਕਿਤੇ ਹੋਰ ਚਲਾ ਜਾਂਦਾ, ਬੈਠ ਜਾਣਾ ਉੱਥੇ ਜਾ ਕੇ ਹੈ ਨਾ, ਆਂਦਾ ਕਈ ਮੇਰੇ ਮਿੱਤਰ ਦੋਸਤ ਕਹਿਣਗੇ ਯਾਰ ਕਿੱਦਾਂ, ਆਂਦਾ ਮੈਨੂੰ ਲੱਗਦਾ ਕਿ ਮੈਨੂੰ ਉਹ ਚੰਗਾ ਲੱਗਦਾ ਹੈ ਨਾ। ਸੋ ਉਹ ਜਿਹੜੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਰ ਰਿਹਾ ਜਾਂ ਜਿਹੜੀਆਂ ਪੁਰਾਣੀਆਂ ਗੱਲਾਂ ਆਪਾਂ ਮਤਲਬ ਸੁਣ ਰਹੇ, ਉਹਨਾਂ ਤੋਂ ਨਿਚੋੜ ਕੀ ਨਿਕਲਦਾ ਹੈ ਨਾ। ਅਤੇ ਕਹਿੰਦੇ ਜਦੋਂ ਮੈਂ ਹੌਸਪੀਟਲ ਸੀ ਮਨਪ੍ਰੀਤ, ਸੱਚੀ ਕਹਿੰਦੇ ਸਾਰਾ ਕੁਛ ਹੀ ਲੱਗਦਾ ਸੀਗਾ ਕਿ ਭੌਰ ਨੇ ਤਾਂ ਉਡਾਰੀ ਮਾਰ ਜਾਣੀ ਆ ਹੈ। ਅਤੇ ਮਤਲਬ ਉਹ ਸਾਰੀਆਂ ਚੀਜ਼ਾਂ ਆਪਾਂ ਜਦੋਂ ਕਰਦੇ ਹਾਂ, ਸੁਣਦੇ ਹਾਂ ਹੈ ਨਾ, ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਆ, ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਉਹ ਸਾਡੇ ਜਿਹੜੇ ਉਹ ਲੋਕ ਸੀ ਹੈ ਨਾ, ਇਹੋ ਜਿਹਾ ਵੀ ਕੀ ਆ ਗਿਆ, ਇਹੋ ਜਿਹੇ ਵੀ ਕਿਹੜੇ ਡਾਲਰਾਂ ਮਗਰ ਮਨਪ੍ਰੀਤ ਭੱਜ ਪਏ ਆਪਾਂ ਹੈ ਨਾ, ਕਿ ਉਹ ਕਿਤੇ ਨਾ ਕਿਤੇ ਗੱਲਾਂ ਸੁਣ ਕੇ ਸਾਡੇ 'ਤੇ ਅਸਰ ਹੁੰਦਾ ਹੈ। ਅਤੇ ਇੱਕ ਇਤਿਹਾਸ ਦੁਹਰਾਉਂਦਾ ਹੁੰਦਾ ਹੈ ਮਨਪ੍ਰੀਤ, ਜਿਹੜੀਆਂ ਚੀਜ਼ਾਂ ਨਾ ਅੱਜ ਹੋ ਰਹੀਆਂ ਜਾਂ ਪਹਿਲਾਂ ਹੋਈਆਂ, ਇਹ ਸਰਕਲ ਦੇ ਵਿੱਚ ਘੁੰਮਦੀਆਂ ਹੈ ਨਾ। ਅਮੀਰੀ ਗਰੀਬੀ, ਜਿੱਤਣਾ ਹਾਰਨਾ
ਹੈ ਨਾ, ਹਮੇਸ਼ਾ ਹੀ ਕਈ ਵਾਰ ਜਿੱਤਣਾ ਔਰ ਅੱਗੇ ਹੋਰ ਆਉਣੇ, ਬੰਦੇ ਨੂੰ ਇਹ ਲੱਗਣਾ ਕਿ ਮੈਂ ਹੀ ਬਸ ਮੇਰੇ ਤੇ ਜਵਾਨੀ ਹੈ ਜਾਂ ਹੋਰ ਕਿਸੇ ਤੇ ਆਉਣੀ ਨਹੀਂ, ਉਹ ਸਮਾਂ ਹੈ ਨਾ। ਸੋ ਜਦੋਂ ਆਪਾਂ ਗੱਲਾਂ ਕਰਦੇ ਹਾਂ, ਸੁਣਦੇ ਹਾਂ, ਫਿਰ ਉਹਨਾਂ ਤੋਂ ਸਾਨੂੰ ਲੱਗਦਾ ਕਿ ਨਹੀਂ ਭਾਈ, ਕਿਸੇ ਚੀਜ਼ ਦਾ ਕੋਈ ਗਰੂਰ ਨਹੀਂ ਹੋਣਾ ਚਾਹੀਦਾ, ਹੈ ਨਾ। ਤੇ ਇੱਥੇ ਹਰ ਬੰਦੇ ਦਾ ਬਾਪ ਪਿਆ, ਤੇ ਇਹ ਜਿਹੜਾ ਸਮਾਂ ਇਹ ਤਬਦੀਲ ਹੋਣਾ ਹੈ। ਇਹ ਸਾਰੀਆਂ ਚੀਜ਼ਾਂ, ਇਹ ਜਿਹੜੇ ਇਤਿਹਾਸ ਆਪਾਂ ਫਰੋਲਦੇ ਆ ਨਾ, ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਔਰ ਸਿੱਖਣੀਆਂ ਚਾਹੀਦੀਆਂ। ਅਖੀਰ ਦੇ ਵਿੱਚ ਮਨਪ੍ਰੀਤ ਕੁਝ ਕਹਿਣਾ ਚਾਹੁੰਦੇ ਆ ਤਾਂ ਕਹੋ, ਫਿਰ ਆਪਾਂ ਇਸ ਪ੍ਰੋਗਰਾਮ ਦਾ ਜਿਹੜਾ ਪਾਰਟ 1 ਦਾ ਸਮਾਂ ਖਤਮ ਕਰੀਏ, ਤੇ ਉਸ ਤੋਂ ਬਾਅਦ ਇਹਦੇ ਨਾਲ ਹੀ ਰਿਲੇਟਡ ਆ, ਆਪਾਂ ਜਦੋਂ ਮਨਪ੍ਰੀਤ ਬੋਪਾਰਾਏ ਬਾਈ ਜੀ ਆਟੋ ਸੇਲ ਤੋਂ ਘਰੇ ਜਾਂਦਾ ਹੈ, ਸੰਦੀਪ ਜਾਂਦਾ ਹੈ, ਤੇ ਫਿਰ ਉਹ ਕਿਹੜੀਆਂ ਗੱਲਾਂ ਕਰਦੇ ਆ, ਕਿੱਥੇ ਟਾਈਮ ਸਪੈਂਡ ਕਰਦੇ ਆ, ਸੈੱਲ ਫੋਨ 'ਤੇ ਬੈਠੇ ਕਾਲਾਂ ਹੀ ਲਈ ਜਾਂਦੇ ਆ, ਕੀ ਕਰਦੇ ਆ, ਉਹ ਗੱਲਾਂ ਬਾਤਾਂ ਕਰਾਂਗੇ। ਅਖੀਰ 'ਚ ਮਨਪ੍ਰੀਤ ਕੁਝ ਕਹੋ ਪਹਿਲੇ ਪ੍ਰੋਗਰਾਮ ਦੇ ਬਾਰੇ ਜੀ। ਬਿਲਕੁਲ ਸੰਦੀਪ ਜੀ, ਜਿਵੇਂ ਤੁਸੀਂ ਕਿਹਾ ਹੈਗਾ ਵੀ ਇਹੀ ਚੀਜ਼ਾਂ ਨੇ ਵੀ ਜ਼ਿੰਦਗੀ ਨੂੰ ਮੇਨ ਤਾਂ ਹੀ ਆ ਵੀ ਉਹਨਾਂ ਨੇ ਜ਼ਿੰਦਗੀ ਬਿਹਤਰ ਬਣਾਉਣ ਲਈ ਕੈਨੇਡਾ ਚੁਣਿਆ ਸੀ। ਸੋ ਆਪਾਂ ਹੁਣ ਇੱਥੇ ਪਹੁੰਚ ਗਏ ਹਾਂ ਸਾਰੇ, ਆਪਾਂ ਕੋਸ਼ਿਸ਼ ਕਰੀਏ ਕੈਨੇਡਾ ਨੂੰ ਬਿਹਤਰ ਬਣਾਈਏ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਈਏ, ਔਰ ਜ਼ਿੰਦਗੀ ਨੂੰ ਮਾਨਣਾ ਨਾ ਛੱਡੀਏ। ਬਿਲਕੁਲ ਮਨਪ੍ਰੀਤ, ਡਾਲਰ ਹੋ ਸਕਦੇ ਆ, ਪੈਸੇ ਹੋ ਸਕਦੇ ਆ ਕਿ ਤੁਸੀਂ ਆਪਾਂ ਕਮਾਉਣ ਲਈ ਸਾਰੇ ਆਉਂਦੇ ਆ, ਪਰ ਜਦੋਂ ਤੁਹਾਨੂੰ ਮੌਕਾ ਮਿਲਦਾ ਨਾ ਇੰਜੋਇਮੈਂਟ ਕਰਨ ਲਈ, ਜਾਂ ਕਿਤੇ ਵੀ ਤੁਹਾਨੂੰ ਮਿਲਦਾ ਹੈਗਾ ਵੀ ਤੁਸੀਂ ਕਿਤੇ ਬਾਹਰ ਟ੍ਰਿਪ ਤੇ ਜਾ ਸਕਦੇ ਹੋ, ਜਾਂ ਫੈਮਿਲੀ ਨਾਲ ਲੰਚ ਡਿਨਰ ਇਕੱਠੇ ਬੈਠ ਕੇ ਜਿਹੜੀ ਵੀ ਚੀਜ਼ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ, ਉਹ ਕਰ ਲੈਣੀ ਚਾਹੀਦੀ ਹੈ, ਕਿਉਂਕਿ ਕੱਲ ਦਾ ਕੁਝ ਨਹੀਂ ਪਤਾ। ਬਿਲਕੁਲ ਸਹੀ ਗੱਲ ਹੈ ਮਨਪ੍ਰੀਤ, ਬਿਲਕੁਲ ਸਹੀ ਗੱਲ ਆ। ਠੀਕ ਹੈ ਜੀ, ਹੁਣ ਆਪਾਂ ਦੋਸਤੋ ਪਾਰਟ 1 ਦਾ ਸਮਾਂ ਸਮਾਪਤ, ਤੇ ਅਗਲੇ ਭਾਗ ਦੇ ਵਿੱਚ ਗੱਲਬਾਤ ਜੋ ਮੈਂ ਤੁਹਾਨੂੰ ਆਲਰੇਡੀ ਟੌਪਿਕ ਦੱਸਤਾ ਉਸ 'ਤੇ ਗੱਲਬਾਤ ਕਰ ਲਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ ਹੁਣੀ ਵਾਪਸ ਆਏ ਜੀ।